ਤੁਹਾਨੂੰ ਅੱਜ ਇੱਕ ਅਜਿਹੇ ਨੌਜਵਾਨ ਨਾਲ ਮਿਲਾਨ ਜਾ ਰਹੇ ਹਾਂ ਜਿਸ ਨੇ ਬੜੀ ਉਚੇਰੀ ਜਿਹੜੀ ਸਿੱਖਿਆ ਪ੍ਰਾਪਤ ਕੀਤੀ, ਲੇਕਿਨ ਚੰਗੀ ਨੌਕਰੀ ਛੱਡ ਕੇ ਪੰਜਾਬ ਦੇ ਵਿੱਚ ਹੀ ਇੱਕ ਸਹਾਇਕ ਧੰਦੇ ਵਜੋਂ ਬੱਕਰੀਆਂ ਦਾ ਧੰਦਾ ਜਿਹੜਾ ਸ਼ੁਰੂ ਕੀਤਾ ਹੈ ਤੇ ਅੱਜ ਇਹ ਨੌਜਵਾਨ ਲੱਖਾਂ ਰੁਪਏ ਕਮਾ ਰਿਹਾ ਹੈਗਾ। मैं MBA ਕੀਤੀ ਸੀ 2008 'ਚ, ਠੀਕ ਹੈ। ਉਹ ਤੋਂ ਬਾਅਦ ਮੇਰੀ ਫਸਟ ਜੌਬ ਸੀ ਬੰਬੇ। ਲਾਸਟ ਜੌਬ ਮੈਂ ਛੱਡ ਕੇ ਆਇਆ ਦਿੱਲੀ ਤੋਂ, ਠੀਕ ਹੈ। ਇੱਕ ਫੈਸ਼ਨ ਇੰਡਸਟਰੀ 'ਚ ਮੈਂ ਜੌਬ ਕਰਦਾ ਸੀਗਾ। ਜੌਬ ਕਰਨ ਤੋਂ ਬਾਅਦ ਵਾਪਸ ਆਇਆ। ਆਉਣ ਤੋਂ ਬਾਅਦ ਬਹੁਤ ਸਾਰੇ ਆਪਸ਼ਨ ਐਕਸਪਲੋਰ ਕੀਤੇ, ਕਿਵੇਂ ਕਿ ਆਪਦੀ ਖੇਤੀ ਜਿੱਥੇ ਜੋ ਰਿਟਰਨ ਆ ਰਹੀ ਉਨੀ ਆ ਰਹੀ ਸੀ, ਉਹਨੂੰ ਵਧਾ ਕਿਵੇਂ ਸਕਦੇ ਸੀਗੇ, ਉਹ ਤੋਂ ਬੈਟਰ ਰਿਟਰਨ ਕਿਵੇਂ ਲੈ ਸਕਦੇ ਸੀ। ਫਿਰ ਕੀ ਸੀਗਾ ਕਿ ਅਲੱਗ-ਅਲੱਗ ਟ੍ਰੇਨਿੰਗ ਅਟੈਂਡ ਕੀਤੀ, ਬਹੁਤ ਸਾਰੇ ਸੈਮੀਨਾਰ ਅਟੈਂਡ ਕੀਤੇ। ਗੋਟ ਫਾਰਮਿੰਗ ਇੱਕ ਇਹੋ ਜਿਹਾ ਬਿਜ਼ਨਸ ਲੱਗਿਆ ਜਿਹ 'ਚ ਬਹੁਤ ਸਕੋਪ ਲੱਗਿਆ ਮੈਨੂੰ। ਜਿਵੇਂ ਤੁਸੀਂ ਦੇਖੋ 5-7 ਸਾਲ ਪਹਿਲੇ ਬਹੁਤ ਸਟਾਰਟਿੰਗ ਸਟੇਜ ਸੀਗੀ, ਲੇਕਿਨ ਹੁਣ ਦੇਖੋ ਕਿ ਗੋਟ ਫਾਰਮਿੰਗ 'ਚ ਬਹੁਤ ਸਾਰੇ ਨੌਜਵਾਨ ਐਡ ਹੋ ਰਹੇ ਹੈ, ਬਹੁਤ ਵੱਡੇ ਲੈਵਲ ਤੇ ਕੰਮ ਸਟਾਰਟ ਕਰਤਾ। ਗੋਟ ਫਾਰਮਿੰਗ ਚੂਜ਼ ਕਰਨ ਦਾ ਮੈਂ ਤੁਹਾਨੂੰ ਦੱਸਦਾ ਸਭ ਤੋਂ ਜ਼ਰੂਰੀ ਤੇ ਮੇਨ ਕਾਰਨ ਕੀ ਸੀਗਾ। ਮੇਲ ਫੀਮੇਲ ਦੀ ਡਿਮਾਂਡ ਬਹੁਤ ਹੈਗੀ ਹੈ। ਨਾਰਮਲੀ ਆਪਾਂ ਦੇਖਦੇ ਹਾਂ ਕਿ ਫੀਮੇਲ ਦੀ ਕਿੱਥੇ ਡਿਮਾਂਡ ਹੈ, ਕਿਤੇ ਪਾਸੇ ਨਹੀਂ ਹੈਗੀ, ਮੇਲ ਦੀ ਡਿਮਾਂਡ ਹੈ ਕਿਸੇ ਪਾਸੇ ਨਹੀਂ ਹੈਗੀ। ਇਹ 'ਚ ਦੋਨੋਂ ਚੀਜ਼ਾਂ ਦੀ ਡਿਮਾਂਡ ਹੈਗੀ ਹੈ। ਫਿਰ ਮੈਂ ਬੀਟਲ ਬੱਕਰੀ ਕਿਉਂ ਪਾਲੀ, ਕਿਉਂਕਿ ਆਪਣੇ ਰਾਜ ਦੀ ਇੱਕਮਾਤਰ ਬੱਕਰੀ ਹੈ ਬੀਟਲ। ਦੂਸਰੀ ਇੰਡੀਆ 'ਚ ਸਭ ਤੋਂ ਮਹਿੰਗੀ ਬਰੀਡ ਵੀ ਬੀਟਲ ਹੈਗੀ ਹੈ, ਜਿਹੜੀ ਆਪਣੀ ਇੰਡੀਅਨ ਬਰੀਡ ਹੈਗੀ ਹੈ। ਸਭ ਤੋਂ ਮੇਨ ਡਰਦਾ ਕਿਉਂ ਬੰਦਾ ਕਿ ਜੇ ਮੈਂ ਯਾਰ ਕੁਛ ਚੀਜ਼ ਪ੍ਰੋਡਿਊਸ ਕਰ ਲਵਾਂ, ਉਹਨੂੰ ਮਾਰਕੀਟ ਕਿਵੇਂ ਕਰੂੰ, ਉੱਥੇ ਸੇਲ ਕਿਵੇਂ ਕਰਾਂਗਾ। ਇਹ 'ਚ ਕੋਈ ਪ੍ਰੋਬਲਮ ਨਹੀਂ ਸੀਗੀ ਕਿ ਹੁਣ ਮੈਂ ਮਤਲਬ ਕਿ 7 ਸਾਲ ਹੋ ਗਏ ਆਲਮੋਸਟ, ਮੈਂ ਕਦੇ ਆਪਦਾ ਐਨੀਮਲ ਬਾਹਰ ਲੈ ਕੇ ਨਹੀਂ ਗਿਆ ਸੇਲ ਕਰਨ ਵਾਸਤੇ। ਸਾਰੀ ਸੇਲ ਇੱਥੇ ਹੀ ਹੋ ਜਾਂਦੀ ਹੈ, ਸਭ ਕੁਝ ਇੱਥੇ ਸੇਲ ਹੋ ਜਾਂਦੀ ਹੈ। ਇਹਦੀ ਪਛਾਣ ਕਿਵੇਂ ਬੀਟਲ ਦੀ, ਜਿਵੇਂ ਦੇਖੋ ਤੁਸੀਂ ਰੋਮਨ ਨੋਜ਼ ਹੈਗਾ, ਉੱਠਿਆ ਹੋਇਆ ਨੋਜ਼, ਛੋਟੇ ਸਿੰਘ ਪਿੱਛੇ ਨੂੰ ਮੁੜੇ ਵੇ, ਲੌਂਗ ਪੈਂਡੂਲਮ ਈਅਰ ਹੈਗੇ ਜੋ ਕਿ ਬਿਲਕੁਲ ਡ੍ਰੌਪ ਕਰਦੇ ਹੈ। ਦੂਸਰਾ ਕੀ ਹੈ ਕਿ ਕੱਦ ਕਾਠੀ ਇਹਦੀ ਬਹੁਤ ਸੋਹਣੀ ਹੈ, ਵੇਟ ਗੇਨ ਬਹੁਤ ਸੋਹਣਾ ਕਰਦੀ ਹੈ। ਪਲੱਸ ਇੰਡੀਆ 'ਚ ਸਭ ਤੋਂ ਜ਼ਿਆਦਾ ਮਿਲਕ ਦੇਣ ਵਾਲੀ ਬਰੀਡ ਬੀਟਲ ਹੈਗੀ ਹੈ। ਬੱਕਰੀ ਪਾਲਣ ਦੀ ਜਦੋਂ ਗੱਲ ਆਉਂਦੀ ਹੈ ਨਾ, ਤਾਂ ਬੜੇ ਇੱਕ ਅਜੀਬ ਜਿਹਾ ਹੈਰਾਨੀ ਵੀ ਹੁੰਦੀ ਹੈ ਕਿ ਇੱਕ MBA ਕਰਕੇ ਮੁੰਡਾ ਜਿਹੜਾ ਹੈਗਾ ਇੱਕ ਬੱਕਰੀ ਪਾਲਣ ਕਰ ਰਿਹਾ। ਦੇਖੋ ਸਰ, ਤੁਸੀਂ ਅੱਜ ਮੇਰਾ ਇੰਟਰਵਿਊ ਲੈਣਾ ਹੈ। ਜੇ ਮੇਰੇ ਕੋਲ ਕੋਈ ਹੋਰ ਚੀਜ਼ ਹੁੰਦੀ ਪਾਲੇ ਹੁੰਦਾ, ਤੁਸੀਂ ਮੇਰਾ ਇੰਟਰਵਿਊ ਲੈਣ ਨਹੀਂ ਆਉਣਾ ਸੀਗਾ। ਮੇਰੇ ਕੋਲ ਬੱਕਰੀ ਹੈ ਤਾਂ ਇੰਟਰਵਿਊ ਲੈਣਾ ਆ, ਠੀਕ ਹੈ। ਪੈਸੇ ਦੇ ਨਾਲ ਇਸ ਬਿਜ਼ਨਸ 'ਚ ਸਟਾਰਟਿੰਗ 'ਚ ਆ ਸੀ ਲੋਕ ਮਜ਼ਾਕ ਉਡਾਉਂਦੇ ਸੀਗੇ, ਪਰ ਹੁਣ ਜਿੰਨੇ ਮਤਲਬ ਮੀਡੀਆ ਕਵਰੇਜ ਮਿਲ ਰਹੀ ਹੈ ਜਾਂ ਲੋਕ ਜਿੰਨੇ ਜਾਣਨ ਲੱਗ ਗਏ ਜਾਂ ਕਈ ਸਟੇਜਾਂ 'ਤੇ ਬੋਲਣ ਦਾ ਮੌਕਾ ਮਿਲ ਰਿਹਾ, ਉਹ ਸਿਰਫ ਬੱਕਰੀ ਕਰਕੇ ਹੀ ਮਿਲਦਾ ਹੈ। ਇੱਕ ਬੜਾ ਕਨਸੈਪਟ ਹੈਗਾ ਆਪਣੇ ਦਿਮਾਗ 'ਚ ਕਿ ਬੱਕਰੀਆਂ ਗਰੀਬਾਂ ਵਾਸਤੇ ਹੁੰਦੀ ਹੈ, ਇੱਕ ਪਰਟੀਕੂਲਰ ਸੈਗਮੈਂਟ ਬੱਕਰੀਆਂ ਪਾਲਦਾ ਹੈ। ਇਹੋ ਜਿਹੀ ਕੋਈ ਗੱਲ ਨਹੀਂ ਹੈ। ਅਗਰ ਕੋਈ ਫਾਰਮ ਹਾਊਸ ਬਣਾਉਣਾ ਵੀ ਚਾਹੁੰਦਾ ਹੈ ਤਾਂ ਉਹ ਕਿਸ ਤਰ੍ਹਾਂ ਦੇ ਨਾਲ ਬਣਾਵੇ, ਏਰੀਆ ਖਾਸ ਕਰਕੇ ਕਿੰਨਾ ਹੋਣਾ ਚਾਹੀਦਾ ਇਹਦੇ ਵਿੱਚ? ਜਿਹੜਾ ਅਲੱਗ-ਅਲੱਗ ਪੋਰਸ਼ਨ ਹੈ ਇਹਨਾਂ 'ਚ। ਜਿਵੇਂ ਲੱਗਦਾ ਕਿ ਹੁਣ ਕੋਈ ਬੱਕਰੀ ਹੀਟ 'ਚ ਹੈ, ਜਿਵੇਂ ਹੁਣ ਆਹ ਟਾਈਮ ਮੀਟਿੰਗ ਦਾ ਹੈ, ਤਾਂ ਉਦੋਂ ਮੇਰੇ ਕੋਲ 2 ਬਰੀਡਿੰਗ ਬਕਸ ਹੈਗੇ, ਉਹ ਇਹਨਾਂ ਕੋਲ ਛੱਡ ਦਿੰਦਾ ਕਿ ਜਿਹੜੇ 15 ਤੋਂ 20 ਬੱਕਰੀਆਂ ਉਹਨਾਂ ਨੂੰ ਕਨਸੀਵਰ ਆਉਣ ਨਾਲ ਕਰਾ ਲੈਂਦੇ। ਫਿਰ ਜਦੋਂ ਆਪਣਾ ਲਾਸਟ ਪੋਰਸ਼ਨ ਹੈ, ਜਦੋਂ ਇੱਥੋਂ ਬੱਚੇ ਮਤਲਬ ਦੁੱਧੋਂ ਹਟ ਗਏ, 3-4 ਮਹੀਨੇ ਦੇ ਹੋ ਗਏ, ਜਦੋਂ ਦੁੱਧ ਪੀਣਾ ਉਹਨੂੰ ਛੱਡਤਾ, ਫਿਰ ਉਹਨਾਂ ਨੂੰ ਅਲੱਗ ਕਰ ਦੇਣਾ ਤਾਂ ਕਿ ਬੱਚਿਆਂ 'ਚ ਵੀ ਉਹ ਚੀਜ਼ ਨਾ ਆਵੇ ਕਿ ਤੁਸੀਂ ਜਿਹੜੇ ਵੱਡਾ ਹੋ ਗਿਆ 4 ਮਹੀਨੇ ਦਾ, ਉਹਦੇ ਨਾਲ ਮਹੀਨੇ ਦਾ ਬੱਚਾ, ਤਾਂ ਫਿਰ 4 ਮਹੀਨੇ ਵਾਲੇ ਰੱਜ ਕੇ ਖਾਊਗਾ, ਮਹੀਨੇ ਵਾਲੇ ਫਿਰ ਖਾਣ ਨੂੰ ਨਹੀਂ ਮਿਲੂਗਾ। ਮੇਨ ਕਾਰਨ ਆਹੀ ਹੈ ਕਿ ਸਾਰੇ ਨੂੰ ਅਲੱਗ ਰੱਖਣ ਦਾ, ਕਿ ਇਹ 'ਚ ਦੇਖੋ ਤੁਸੀਂ ਸੇਮ ਹਾਈਟ ਦੇ ਸੇਮ ਵੇਟ ਦੇ ਹੈਗੇ ਆ, ਅਤੇ ਕਿਸੇ ਨੂੰ ਖਾਣ ਪੀਣ 'ਚ ਕੋਈ ਦਿੱਕਤ ਨਹੀਂ, ਕੋਈ ਕਿਸੇ ਨੂੰ ਟੱਕਰ ਨਹੀਂ ਮਾਰਾ। ਇਹ 'ਚ ਤਕਰੀਬਨ 4 ਤੋਂ 6 ਮਹੀਨੇ ਦੇ ਬੱਚੇ ਹੈਗੇ ਆ ਜਿਹੜਾ ਆਪਾਂ ਅਲੱਗ ਰੱਖੇ ਹੋਏ। ਸਰ RIR ਹੈਗੇ, ਜਿਵੇਂ ਮੈਂ ਕਹਿ ਰਹੀ ਸੀ ਕਿ ਫਾਰਮਿੰਗ ਨਾਲ ਜੋ ਵੀ ਇੰਟੀਗ੍ਰੇਸ਼ਨ ਕਰ ਸਕਦਾ, ਤਾਂ ਫਸਟ ਗੋਟ ਫਾਰਮ ਸੀਗਾ, ਸੈਕਿੰਡ ਇੰਟੀਗ੍ਰੇਸ਼ਨ ਬੈਕਯਾਰਡ ਪੋਲਟਰੀ ਹੈ। ਅੱਗੇ ਦੇਖੋ ਸ਼ਾਇਦ 2-3 ਹੋਰ ਪਲਾਨ ਹੈ, ਜਲਦੀ ਆ ਜਾਣਗੇ। ਬਰੀਡ ਮਤਲਬ ਅਮਰੀਕਨ ਬਰੀਡ ਹੈਗੀ ਹੈ, ਪਰ ਇਹਨੂੰ ਪਾਲ ਦੇਸੀ ਤਰੀਕੇ ਨਾਲ ਰਿਹਾ ਹੈ, ਕੋਈ ਹਾਰਮੋਨਲ ਫੀਡ ਨਹੀਂ, ਕੋਈ ਐਂਟੀਬਾਇਓਟਿਕ ਨਹੀਂ ਹੈਗੀ। ਤੁਸੀਂ ਦੇਖ ਰਹੇ ਹੋ ਬੋਲੀ ਹੋਲੀ ਬਾਬਾ ਤੇ ਮੈਂ ਅਵਤਾਰ ਸਿੰਘ, ਤੇ ਅੱਜ ਅਸੀਂ ਪਹੁੰਚੇ ਜੀ ਜ਼ਿਲ੍ਹਾ ਫਾਜ਼ਿਲਕਾ ਦੇ ਪਿੰਡ ਰਾਮਸਰਾ ਦੇ ਵਿੱਚ। ਤੁਹਾਨੂੰ ਇਹ ਵੀ ਦੱਸਾਂਗੇ ਇੱਕ ਖਾਸ ਮਕਸਦ ਹੈ ਸਾਡਾ ਰਾਮਸਰਾ ਪਹੁੰਚਣ ਦਾ, ਲੇਕਿਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਇੱਕ ਗੁਜ਼ਾਰਿਸ਼ ਜ਼ਰੂਰ ਹੈ। ਇਹ ਵੀਡੀਓ ਬੜੀ ਖਾਸ ਹੈ ਉਹਨਾਂ ਨੌਜਵਾਨਾਂ ਦੇ ਲਈ ਜੋ ਲੋਕ ਹਿੰਦੁਸਤਾਨ ਛੱਡ ਕੇ, ਪੰਜਾਬ ਛੱਡ ਕੇ ਵਿਦੇਸ਼ਾਂ ਨੂੰ ਭੱਜਦੇ ਹੈ ਪੈਸਾ ਕਮਾਉਣ ਵਾਸਤੇ, ਲੇਕਿਨ ਤੁਹਾਨੂੰ ਅੱਜ ਇੱਕ ਅਜਿਹੇ ਨੌਜਵਾਨ ਨਾਲ ਮਿਲਾਨ ਜਾ ਰਹੇ ਹਾਂ ਜਿਸ ਨੇ ਬੜੀ ਉਚੇਰੀ ਜਿਹੜੀ ਸਿੱਖਿਆ ਪ੍ਰਾਪਤ ਕੀਤੀ, ਲੇਕਿਨ ਚੰਗੀ ਨੌਕਰੀ ਛੱਡ ਕੇ ਪੰਜਾਬ ਦੇ ਵਿੱਚ ਹੀ ਇੱਕ ਸਹਾਇਕ ਧੰਦੇ ਵਜੋਂ ਬੱਕਰੀਆਂ ਦਾ ਧੰਦਾ ਜਿਹੜਾ ਸ਼ੁਰੂ ਕੀਤਾ ਹੈ, ਤੇ ਅੱਜ ਇਹ ਨੌਜਵਾਨ ਲੱਖਾਂ ਰੁਪਏ ਕਮਾ ਰਿਹਾ ਹੈਗਾ। ਤੁਹਾਨੂੰ ਪੂਰੀ ਗੱਲਬਾਤ ਇਹਨਾਂ ਦੇ ਨਾਲ ਸੁਣਾਵਾਂਗੇ, ਕਿਸ ਤਰ੍ਹਾਂ ਦੇ ਨਾਲ ਇਹਨਾਂ ਨੇ ਜਿਹੜਾ ਬੱਕਰੀ ਦਾ ਜਿਹੜਾ ਧੰਦਾ ਹੈਗਾ ਸ਼ੁਰੂ ਕੀਤਾ, ਇਹਦੇ ਪਿੱਛੇ ਕਾਰਨ ਕੀ ਰਿਹਾ, ਕਿ ਆਖਰ ਇੰਨੇ ਪੜ੍ਹੇ ਲਿਖੇ ਹੋਣ ਦੇ ਬਾਵਜੂਦ ਉਹਨਾਂ ਵੱਲੋਂ ਇਹ ਧੰਦਾ ਕਿਉਂ ਅਪਣਾਇਆ ਗਿਆ ਬੱਕਰੀ ਪਾਲਣ ਦਾ। ਤੇ ਆਓ ਸਭ ਤੋਂ ਪਹਿਲਾਂ ਤੁਹਾਨੂੰ ਕੁਝ ਤਸਵੀਰਾਂ ਅਸੀਂ ਦਿਖਾ ਦਿੰਦੇ ਹਾਂ ਕਿ ਕਿਸ ਤਰ੍ਹਾਂ ਅਸੀਂ ਉਸੇ ਫਾਰਮ ਦੇ ਵਿੱਚ ਖੜੇ ਹਾਂ। ਦਾ ਬੀਟਲ ਗੋਟ ਫਾਰਮ ਰਾਮਸਰਾ ਪਿੰਡ ਦੇ ਵਿੱਚ ਹੈ। ਇਹ ਉਹੀ ਫਾਰਮ ਹੈ ਜਿੱਥੇ ਤੁਹਾਨੂੰ
ਬੱਕਰੀਆਂ ਕਾਫੀ ਤਰ੍ਹਾਂ ਦੀਆਂ ਮਿਲਣਗੀਆਂ। ਅਸੀਂ ਤੁਹਾਨੂੰ ਪੂਰੀ ਗੱਲਬਾਤ ਸੁਣਾਵਾਂਗੇ ਕਿ ਆਖਰ ਨੌਜਵਾਨ ਜਿਹੜੇ ਹੈਗੇ ਰਾਹੁਲ ਕਾਸਨੀਆ ਨੌਜਵਾਨ ਹੈਗੇ, ਉਹਨਾਂ ਵੱਲੋਂ ਉਚੇਰੀ ਸਿੱਖਿਆ ਪ੍ਰਾਪਤ ਕੀਤੀ ਗਈ, ਲੇਕਿਨ ਉਹਨਾਂ ਨੇ ਪੰਜਾਬ ਦੇ ਵਿੱਚ ਰਹਿ ਕੇ ਹੀ ਬੱਕਰੀ ਪਾਲਣ ਨੂੰ ਸਹਾਇਕ ਧੰਦੇ ਵਜੋਂ ਚੁਣਿਆ ਤੇ ਅੱਜ ਉਹ ਲੱਖਾਂ ਰੁਪਇਆ ਕਮਾ ਰਹੇ ਆ ਤੇ ਸ਼ਾਇਦ ਇਹਨਾਂ ਦੇ ਜ਼ਿਹਨ ਦੇ ਵਿੱਚ ਵੀ ਨਹੀਂ ਆਵੇਗਾ ਕਿ ਉਹ ਕਦੇ ਵਿਦੇਸ਼ ਜਾਣ ਤੇ ਉੱਥੇ ਕਮਾਈ ਦਾ ਕੋਈ ਸਾਧਨ ਸੋਚਣ। ਸਭ ਤੋਂ ਪਹਿਲਾਂ ਆਪਾਂ ਸਵਾਗਤ ਕਰ ਲੈਂਦੇ ਹਾਂ ਰਾਹੁਲ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ। ਨਮਸਕਾਰ ਸਰ। ਹਾਲ ਹੈ? ਬਹੁਤ ਵਧੀਆ ਸਰ, ਥੈਂਕ ਯੂ ਤੁਸੀਂ ਆਏ ਆਪਣੇ ਫਾਰਮ ਤੇ ਬਹੁਤ ਵਧੀਆ ਗੱਲ। ਨਹੀਂ, ਬਿਲਕੁਲ ਬੜਾ ਚੰਗਾ ਲੱਗਿਆ ਜਦੋਂ ਸਾਨੂੰ ਪਤਾ ਲੱਗਿਆ ਕਿ ਨੌਜਵਾਨ ਹੈਗੇ ਪੰਜਾਬ ਦੇ ਵਿੱਚ ਰਹਿ ਕੇ ਹੀ ਜਿਹੜਾ ਹੈਗਾ ਇੱਕ ਸਹਾਇਕ ਧੰਦੇ ਵਜੋਂ ਜਿਹੜਾ ਹੈਗਾ ਬੱਕਰੀ ਪਾਲਣ ਕਰ ਰਹੇ ਹੈ। ਹਾਲਾਂਕਿ ਨੌਜਵਾਨ ਜਿਹੜੇ ਹੈਗੇ ਆਪਣੇ ਪੰਜਾਬ ਦੇ ਜਿਹੜੇ ਉਹ ਚਾਹੁੰਦੇ ਆ ਕਿ ਵਿਦੇਸ਼ ਜਾਈਏ ਤਾਂ ਉੱਥੇ ਪੈਸਾ ਕਮਾਈਏ। ਦੇਖੋ ਸਰ, ਮੈਂ MBA ਕੀਤੀ ਸੀ 2008 'ਚ, ਠੀਕ ਹੈ। ਉਹ ਤੋਂ ਬਾਅਦ ਮੇਰੀ ਫਰਸਟ ਜੌਬ ਸੀ ਬੰਬੇ, ਲਾਸਟ ਜੌਬ ਮੈਂ ਛੱਡ ਕੇ ਆਇਆ ਦਿੱਲੀ ਤੋਂ, ਠੀਕ ਹੈ। ਇੱਕ ਫੈਸ਼ਨ ਇੰਡਸਟਰੀ 'ਚ ਮੈਂ ਜੌਬ ਕਰਦਾ ਸੀਗਾ। ਜੌਬ ਕਰਨ ਤੋਂ ਬਾਅਦ ਵਾਪਸ ਆ ਕੇ ਜਿਵੇਂ ਕਿ ਤੁਹਾਨੂੰ ਪਤਾ ਕਿ ਫਾਦਰ ਸਾਹਿਬ ਖੇਤੀਬਾੜੀ ਕਰਦੇ ਆ, ਬੈਕਗਰਾਊਂਡ ਹੋਈ ਹੈਗੇ। ਵੈਲਿਊ ਐਡੀਸ਼ਨ ਮੈਂ ਕੀ ਕਰ ਸਕਦਾ ਸੀ, ਪੜ੍ਹ ਕੇ ਮੈਂ ਕੀ ਚੀਜ਼ਾਂ ਤੋਂ ਆਪਣੇ ਜੋ ਐਕਸਪੀਰੀਅੰਸ ਨੂੰ ਐਕਸਪਲੋਰ ਕਿਵੇਂ ਕਰ ਸਕਦਾ ਸੀ, ਕਿਵੇਂ ਬੈਟਰ ਕਰ ਸਕਦਾ ਸੀਗਾ। ਆਉਣ ਤੋਂ ਬਾਅਦ ਬਹੁਤ ਸਾਰੇ ਆਪਸ਼ਨ ਐਕਸਪਲੋਰ ਕੀਤੇ, ਕਿਵੇਂ ਕਿ ਆਪਦੀ ਖੇਤੀ ਜਿੱਥੇ ਜੋ ਰਿਟਰਨ ਆ ਰਹੀ ਉਨੀ ਆ ਰਹੀ ਸੀ, ਉਹਨੂੰ ਵਧਾ ਕਿਵੇਂ ਸਕਦੇ ਸੀਗੇ, ਉਹ ਤੋਂ ਬੈਟਰ ਰਿਟਰਨ ਕਿਵੇਂ ਲੈ ਸਕਦੇ ਸੀ, ਜਾਂ ਐਟਲੀਸਟ ਆ ਕਹਿ ਲਓ ਕਿ ਜਿੰਨੀ ਮੈਂ ਸੈਲਰੀ ਅਰਨ ਕਰਦਾ ਸੀ ਉਹ ਕਿਵੇਂ ਮੈਂ ਇੱਥੇ ਕਰ ਸਕਦਾ ਸੀਗਾ ਘਰੇ ਰਹਿ ਕੇ ਆਪਦੇ। ਫਿਰ ਕੀ ਸੀਗਾ ਕਿ ਅਲੱਗ-ਅਲੱਗ ਟ੍ਰੇਨਿੰਗ ਅਟੈਂਡ ਕੀਤੀ, ਬਹੁਤ ਸਾਰੇ ਸੈਮੀਨਾਰ ਅਟੈਂਡ ਕੀਤੇ। ਗੋਟ ਫਾਰਮਿੰਗ ਇੱਕ ਇਹੋ ਜਿਹਾ ਬਿਜ਼ਨਸ ਲੱਗਿਆ ਜਿਹ 'ਚ ਬਹੁਤ ਸਕੋਪ ਲੱਗਿਆ ਮੈਨੂੰ। ਜਿਵੇਂ ਤੁਸੀਂ ਦੇਖੋ 5-7 ਸਾਲ ਪਹਿਲੇ ਬਹੁਤ ਸਟਾਰਟਿੰਗ ਸਟੇਜ ਸੀਗੀ, ਲੇਕਿਨ ਹੁਣ ਦੇਖੋ ਕਿ ਗੋਟ ਫਾਰਮਿੰਗ 'ਚ ਬਹੁਤ ਸਾਰੇ ਨੌਜਵਾਨ ਐਡ ਹੋ ਰਹੇ ਹੈ, ਬਹੁਤ ਵੱਡੇ ਲੈਵਲ 'ਤੇ ਕੰਮ ਸਟਾਰਟ ਕਰਤਾ। ਗੋਟ ਫਾਰਮਿੰਗ ਚੂਜ਼ ਕਰਨ ਦਾ ਮੈਂ ਤੁਹਾਨੂੰ ਦੱਸਦਾ ਸਭ ਤੋਂ ਜ਼ਰੂਰੀ ਅਤੇ ਮੇਨ ਕਾਰਨ ਕੀ ਸੀਗਾ। ਮੇਲ ਫੀਮੇਲ ਦੀ ਡਿਮਾਂਡ ਬਹੁਤ ਹੈਗੀ ਹੈ। ਨਾਰਮਲੀ ਆਪਾਂ ਦੇਖਦੇ ਹਾਂ ਕਿ ਫੀਮੇਲ ਦੀ ਕਿੱਥੇ ਡਿਮਾਂਡ ਹੈ, ਕਿੱਥੇ ਪਾਸੇ ਨਹੀਂ ਹੈਗੀ, ਮੇਲ ਦੀ ਡਿਮਾਂਡ ਹੈ ਕਿਸੇ ਪਾਸੇ ਨਹੀਂ ਹੈਗੀ। ਇਹ 'ਚ ਦੋਨੋਂ ਚੀਜ਼ਾਂ ਦੀ ਡਿਮਾਂਡ ਹੈਗੀ ਹੈ। ਫਿਰ ਮੈਂ ਬੀਟਲ ਬੱਕਰੀ ਕਿਉਂ ਪਾਲੀ, ਕਿਉਂਕਿ ਆਪਣੇ ਰਾਜ ਦੀ ਇੱਕਮਾਤਰ ਬੱਕਰੀ ਹੈ ਬੀਟਲ। ਦੂਸਰੀ ਇੰਡੀਆ 'ਚ ਸਭ ਤੋਂ ਮਹਿੰਗੀ ਬਰੀਡ ਵੀ ਬੀਟਲ ਹੈਗੀ ਹੈ, ਜਿਹੜੀ ਆਪਣੀ ਇੰਡੀਅਨ ਬਰੀਡ ਹੈਗੀ ਹੈ। ਆਹ ਸਾਰੀ ਚੀਜ਼ਾਂ ਐਕਸਪਲੋਰ ਕਰਨ ਤੋਂ ਬਾਅਦ ਫਿਰ ਸੋਚਿਆ ਕਿ ਆਹ ਇੱਕ ਬਿਜ਼ਨਸ ਹੈ ਜਿਹਨੂੰ ਘੱਟ ਇਨਵੈਸਟਮੈਂਟ ਤੋਂ ਸਟਾਰਟ ਕਰ ਸਕਦੇ ਹਾਂ। ਮਾਰਕੀਟਿੰਗ ਦੀ ਇੱਕ ਪੈਸੇ ਦੀ ਦਿੱਕਤ ਨਹੀਂ ਹੈਗੀ। ਮਾਰਕੀਟਿੰਗ ਦੀ ਦਿੱਕਤ ਨਹੀਂ ਹੋਣ ਕਰਕੇ ਸਭ ਤੋਂ ਮੇਨ ਡਰਦਾ ਕਿਉਂ ਬੰਦਾ ਕਿ ਜੇ ਮੈਂ ਯਾਰ ਕੁਛ ਚੀਜ਼ ਪ੍ਰੋਡਿਊਸ ਕਰ ਲਵਾਂ, ਉਹਨੂੰ ਮਾਰਕੀਟ ਕਿਵੇਂ ਕਰੂੰਗਾ, ਉੱਥੇ ਸੇਲ ਕਿਵੇਂ ਕਰਾਂਗਾ। ਇਹ 'ਚ ਉਹ ਕੋਈ ਪ੍ਰੋਬਲਮ ਨਹੀਂ ਸੀਗੀ ਕਿ ਹੁਣ ਮੈਂ ਮਤਲਬ ਕਿ 7 ਸਾਲ ਹੋ ਗਏ ਆਲਮੋਸਟ, ਮੈਂ ਕਦੇ ਆਪਦੇ ਐਨੀਮਲ ਬਾਹਰ ਲੈ ਕੇ ਨਹੀਂ ਗਿਆ ਸੇਲ ਕਰਨ ਵਾਸਤੇ। ਸਾਰੀ ਸੇਲ ਇੱਥੇ ਹੀ ਹੋ ਜਾਂਦੀ ਹੈ, ਸਭ ਕੁਝ ਇੱਥੇ ਸੇਲ ਹੋ ਜਾਂਦੀ ਹੈ। ਸੋ ਉਹਨਾਂ ਤੋਂ ਪਹਿਲਾਂ ਗੱਲਬਾਤ ਆਪਾਂ ਜਾਰੀ ਰੱਖਾਂਗੇ। ਸਭ ਤੋਂ ਪਹਿਲਾਂ ਆਪਾਂ ਦੇਖ ਲੈਂਦੇ ਹਾਂ ਥੋੜ੍ਹੀ ਜਿਹੀ ਜਾਣਕਾਰੀ ਦੇ ਦਿਓ ਦਰਸ਼ਕਾਂ ਨੂੰ, ਕਿਸ ਤਰ੍ਹਾਂ ਦੀ ਹੁੰਦੀ ਹੈ ਜਿਹੜੀ ਬੀਟਲ ਤੁਸੀਂ ਨਸਲ ਦੱਸ ਰਹੇ ਸੀਗੇ, ਉਹਦੀ ਖਾਸੀਅਤ ਕੀ ਹੁੰਦੀ ਹੈ, ਪਹਿਚਾਣ ਦੇ ਵਿੱਚ ਕੀ ਹੈਗਾ, ਦਿਖਾ ਦਿਓ ਥੋੜ੍ਹਾ ਜਿਹਾ। ਜਿਵੇਂ ਸਰ 2 ਆਪਸ਼ਨ ਹੈਗੇ ਆਪਣੇ ਕੋਲ। ਕੁਝ ਲੋਕ ਬਲੈਕ ਪ੍ਰੈਫਰ ਕਰਦੇ ਆ, ਐਜ਼ ਪਰ ਟੈਕਸਟ ਬੁੱਕ ਬਲੈਕ ਨੂੰ ਆਪਾਂ ਪਿਓਰ ਮੰਨਦੇ ਹਾਂ, ਪਰ ਜਿਹੜਾ ਮਲਟੀ ਕਲਰ ਬਰੀਡ ਹੈਗੀ ਆ ਆਹ ਬਹੁਤ ਸਾਲਾਂ ਤੋਂ ਆਪਣੇ ਐਗਜ਼ਿਸਟ ਕਰ ਰਹੀ ਹੈ, ਲੇਕਿਨ ਇਹਨੂੰ ਆਪਾਂ ਮੰਨਦੇ ਹਾਂ ਅਨਰਜਿਸਟਰਡ ਬਰੀਡ 'ਚੋਂ। ਇਹਦੀ ਪਛਾਣ ਕਿਵੇਂ ਬੀਟਲ ਦੀ, ਜਿਵੇਂ ਦੇਖੋ ਤੁਸੀਂ ਰੋਮਨ ਨੋਜ਼ ਹੈਗਾ, ਉੱਠਿਆ ਹੋਇਆ ਨੋਜ਼, ਛੋਟੇ ਸਿੰਘ ਪਿੱਛੇ ਨੂੰ ਮੁੜੇ ਵੇ, ਲੌਂਗ ਪੈਂਡੂਲਮ ਈਅਰ ਹੈਗੇ ਜੋ ਕਿ ਬਿਲਕੁਲ ਡ੍ਰੌਪ ਕਰਦੇ ਆ। ਲੌਂਗ ਈਅਰ 'ਚ ਇੱਕ ਜਮਨਾਪਾਰੀ ਬਰੀਡ ਵੀ ਹੈਗੀ ਹੈ, ਲੇਕਿਨ ਉਹ ਥੋੜੀ ਆਰਚ 'ਚ ਆ ਜਾਂਦੀ ਹੈ। ਆਹ ਕੀ ਹੈ, ਬਿਲਕੁਲ ਸਿੱਧਾ ਡ੍ਰੌਪ ਕਰਦੀ ਹੈ। ਦੂਸਰਾ ਕੀ ਹੈ ਕਿ ਕੱਦ ਕਾਠੀ ਇਹਦੀ ਬਹੁਤ ਸੋਹਣੀ ਹੈ, ਵੇਟ ਗੇਨ ਬਹੁਤ ਸੋਹਣਾ ਕਰਦੀ ਹੈ, ਪਲੱਸ ਇੰਡੀਆ 'ਚ ਸਭ ਤੋਂ ਜ਼ਿਆਦਾ ਮਿਲਕ ਦੇਣ ਵਾਲੀ ਬਰੀਡ ਬੀਟਲ ਹੈਗੀ ਹੈ। ਅਤੇ ਜਿਵੇਂ ਤੁਹਾਨੂੰ ਪਤਾ ਹੈ ਕਿ ਜਿਵੇਂ ਡੇਂਗੂ ਦਾ ਟਾਈਮ ਵਗੈਰਾ ਆ ਗਿਆ, ਉਸ ਟਾਈਮ ਆਪਣੇ ਬਹੁਤ ਜ਼ਿਆਦਾ ਡਿਮਾਂਡ ਹੁੰਦੀ ਹੈ। ਪਰ ਜਿਵੇਂ ਹੁਣ ਜਿਵੇਂ ਦੱਸਿਆ ਮੈਂ ਸਟਾਰਟਿੰਗ ਸਟੇਜ 'ਚ ਹੈ, ਗੋਟ ਚੀਜ਼ ਵੀ ਇੱਕ ਇਹੋ ਜਿਹੀ ਮਾਰਕੀਟ ਹੈ ਜਿਹਨੂੰ ਤੁਸੀਂ ਐਕਸਪਲੋਰ ਕਰ ਸਕਦੇ ਹੋ, ਉਹਦੀ ਡਿਮਾਂਡ ਬਹੁਤ ਜ਼ਿਆਦਾ ਹੈਗੀ ਹੈ। ਮੇਰਾ ਬਿਜ਼ਨਸ ਮਾਡਲ ਹੈਗਾ, ਮੇਰਾ ਬਰੀਡਿੰਗ 'ਤੇ ਹੈਗਾ। ਮੇਰੇ ਕੋਲ ਗੋਟਸ ਹੈਗੀ ਹੈ, ਇਹਨਾਂ ਦੇ ਬਰੀਡ ਕਰਾਉਣਾ, ਇਹਦੇ ਬੱਚੇ ਮੈਂ ਸੇਲ ਕਰਦਾ, ਠੀਕ ਹੈ। ਡਿਮਾਂਡ ਤੁਹਾਨੂੰ ਜਿਵੇਂ ਦੱਸਿਆ ਕਿ ਆਪਾਂ ਡਿਮਾਂਡ ਦੀ ਕੋਈ ਪ੍ਰੋਬਲਮ ਨਹੀਂ, ਤਾਂ ਇੱਥੋਂ ਸੇਲ ਕਰ ਦੇਣਾ ਮੇਰੇ ਲਈ ਆ ਬੈਸਟ ਬਿਜ਼ਨਸ ਹੈ ਕਿ ਆਪਾਂ ਬਰੀਡ ਕਰਾਇਆ, ਸੇਲ ਕੀਤੇ, ਠੀਕ ਹੈ ਜੀ। ਇਹ ਵੀ ਹੈ ਕਿ ਤੁਸੀਂ MBA ਕੀਤੀ ਹੈ, ਬੜੀ ਤੁਹਾਨੂੰ ਨੌਲੇਜ ਹੈ ਕਿ ਬਿਜ਼ਨਸ ਕਿਵੇਂ ਕੀਤਾ ਜਾਵੇ। ਅਕਸਰ ਹੀ ਮਤਲਬ ਜਦੋਂ ਆਪਾਂ ਇੰਨੀ ਉੱਚੀ ਜਿਹੜੀ ਹੈ ਉਚੇਰੀ ਜਿਹੜੀ ਸਿੱਖਿਆ ਪ੍ਰਾਪਤ ਕਰਦੇ ਹਾਂ, ਉਸ ਤੋਂ ਬਾਅਦ ਹੁੰਦਾ ਹੈ ਕਿ ਕੋਈ ਉਹ ਜਿਹਾ ਬਿਜ਼ਨਸ ਕਰੀਏ ਕਿ ਜਿਹਨੂੰ ਦੇਖ ਕੇ ਲੋਕਾਂ ਨੂੰ ਵੀ ਲੱਗੇ ਕਿ ਯਾਰ ਬਹੁਤ ਵਧੀਆ ਸ਼ੋਰੂਮ ਬਣਾਏ ਹੈ ਜਾਂ ਬਿਜ਼ਨਸ ਇਸ ਤਰ੍ਹਾਂ ਦਾ ਹੈ ਕਿ ਲੋਕ ਜਿਹੜੇ ਰਿਸ਼ਤੇਦਾਰ ਵੀ ਸੋਚਣ। ਲੇਕਿਨ ਬੱਕਰੀ ਪਾਲਣ ਦੀ ਜਦੋਂ ਗੱਲ ਆਉਂਦੀ ਹੈ ਨਾ, ਤਾਂ ਬੜੇ ਇੱਕ ਅਜੀਬ ਜਿਹਾ ਹੈਰਾਨੀ ਵੀ ਹੁੰਦੀ ਹੈ ਕਿ ਇੱਕ MBA ਕਰਕੇ ਮੁੰਡਾ ਜਿਹੜਾ ਹੈਗਾ ਇੱਕ ਬੱਕਰੀ ਪਾਲਣ ਕਰ ਰਿਹਾ। ਦੇਖੋ ਸਰ, ਤੁਸੀਂ ਅੱਜ ਮੇਰਾ ਇੰਟਰਵਿਊ ਲੈਣਾ ਹੈ, ਜੇ ਮੇਰੇ ਕੋਲ ਕੋਈ ਹੋਰ ਚੀਜ਼ ਹੁੰਦੀ ਪਾਲੇਵੇ ਹੁੰਦਾ, ਤੁਸੀਂ ਮੇਰਾ ਇੰਟਰਵਿਊ ਲੈਣ ਨਹੀਂ ਆਉਣਾ ਸੀਗਾ। ਮੇਰੇ ਕੋਲ ਬੱਕਰੀ ਹੈ ਤਾਂ ਇੰਟਰਵਿਊ ਲੈਣਾ ਆ, ਠੀਕ ਹੈ। ਪੈਸੇ ਦੇ ਨਾਲ ਇਸ ਬਿਜ਼ਨਸ 'ਚ ਸਟਾਰਟਿੰਗ 'ਚ ਸੀ ਲੋਕ ਮਜ਼ਾਕ ਉਡਾਉਂਦੇ ਸੀਗੇ, ਪਰ ਹੁਣ ਜਿੰਨੇ ਮਤਲਬ ਮੀਡੀਆ ਕਵਰੇਜ ਮਿਲ ਰਹੀ ਹੈ ਜਾਂ ਲੋਕ ਜਿੰਨੇ ਜਾਣਨ ਲੱਗ ਗਏ ਜਾਂ ਕਈ ਸਟੇਜਾਂ 'ਤੇ ਬੋਲਣ ਦਾ ਮੌਕਾ ਮਿਲ ਰਿਹਾ, ਉਹ ਸਿਰਫ ਬੱਕਰੀ ਕਰਕੇ ਹੀ ਮਿਲ ਰਿਹਾ। ਤਾਂ ਮੈਂ ਕਹੂੰਗਾ ਪੈਸੇ ਨਾਲ ਜੋ ਮੈਨੂੰ ਲੋਕਾਂ ਨੂੰ ਪਛਾਣ ਮਿਲੀ ਹੈ ਨਾ, ਉਹ ਬੱਕਰੀ ਤੋਂ ਹੀ ਮਿਲੀ ਹੈ। ਇੱਕ ਬੜਾ ਕਨਸੈਪਟ ਹੈਗਾ ਆਪਣੇ ਦਿਮਾਗ 'ਚ ਕਿ ਬੱਕਰੀਆਂ ਗਰੀਬਾਂ ਵਾਸਤੇ ਹੁੰਦੀ ਹੈ, ਇੱਕ ਪਰਟੀਕੂਲਰ ਸੈਗਮੈਂਟ ਬੱਕਰੀਆਂ ਪਾਲਦਾ ਹੈ। ਇਹੋ ਜਿਹੀ ਕੋਈ ਗੱਲ ਨਹੀਂ ਹੈ। ਜਦੋਂ ਆਪਾਂ ਰਿਟਰਨ ਵਧੀਆ ਆ ਰਹੀ ਹੈ, ਇਨਕਮ ਇਹ ਤੋਂ ਵਧੀਆ ਆ ਰਹੀ ਹੈ, ਤਾਂ ਮੇਰੇ ਖਿਆਲ ਕੋਈ ਇਸ਼ੂ ਨਹੀਂ ਹੈ ਬੱਕਰੀ ਪਾਲਣ 'ਚ, ਅਤੇ ਕੋਈ ਟੈਨਸ਼ਨ ਨਹੀਂ ਹੈ। ਜਿਹਨੇ ਵੀ ਨਵੇਂ ਬਿਜ਼ਨਸ ਸਟਾਰਟ ਕਰਨਾ ਹੈ,
ਬਿਨਾਂ ਡਰੇ ਸਟਾਰਟ ਕਰੋ। ਬਿਲਕੁਲ ਜੀ। ਇਹ ਹੈ ਕਿ ਜਿਹੜੀ ਬਲੈਕ ਐਂਡ ਵਾਈਟ ਆਪਾਂ ਫਿਰ ਦੇਖ ਰਹੇ ਹਾਂ ਇਹ ਵੀ ਕੋਈ ਉਹਨਾਂ 'ਚ ਹੀ ਹੈ ਬੀਟਲ 'ਚ ਹੀ? ਹਾਂਜੀ ਬੀਟਲ 'ਚ ਹੀ ਹੈ ਸਰ। ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਪਿਓਰ ਬਲੈਕ ਜਾਂ ਟੈਨ ਕਲਰ ਜਾਂ ਹੁਣ ਥੋੜਾ ਕਹਿਣ ਲੱਗੇ ਬਲੈਕ 'ਚ ਥੋੜਾ ਵਾਈਟ ਹਿੰਟ ਆ ਰਿਹਾ, ਉਹਨੂੰ ਪਿਓਰ ਬੀਟਲ ਮੰਨਦੇ ਆ, ਜੋ ਕਿ ਰਜਿਸਟਰਡ ਬਰੀਡ ਹੈਗੀ ਹੈ। ਲੇਕਿਨ ਬਹੁਤ ਸਾਲਾਂ ਤੋਂ ਜਿਵੇਂ ਚੱਲਦੇ ਆ ਰਿਹਾ ਤਾਂ ਇਹਨਾਂ ਨੂੰ ਅਨਰਜਿਸਟਰਡ ਮੰਗਦੇ ਆ, ਪਰ ਫਿਰ ਵੀ ਆ ਬੀਟਲ ਦੀ ਹੀ ਐਕਸਟੈਂਡਡ ਵੇਰੀਏਸ਼ਨ ਹੈ, ਜਾਂ ਤਾਂ ਐਸੇ ਕਹਿ ਲਓ ਬੀਟਲ ਵੇਰੀਐਂਟਸ 'ਚ ਆ ਜਾਂਦੀ ਆ। ਠੀਕ ਹੈ। ਪਰ ਇਹਦਾ ਪਾਲਣ ਦਾ ਮੈਂ ਰੀਜ਼ਨ ਵੀ ਦੱਸ ਦੇਣਾ ਕਿ ਮਿਹਨਤ ਉਨੀ ਖੇਚਲ ਉਨੀ ਹੈ, ਪਰ ਲੋਕਲ ਜੋ ਆਪਣੇ ਡਿਮਾਂਡ ਹੈਗੀ ਹੈ ਉਹ ਮਲਟੀ ਕਲਰ ਦੀ ਹੈ। ਠੀਕ ਹੈ, ਜੇ ਮਿਹਨਤ ਮੈਂ ਉਨੀ ਕਰਾਂ, ਜੇ ਮੈਨੂੰ 2 ਪੈਸੇ ਫालतू ਬਣਨੇ ਮਲਟੀ ਕਲਰ 'ਚ, ਤਾਂ ਮੈਨੂੰ ਨਹੀਂ ਲੱਗਦਾ ਕੋਈ ਹਰਜ ਹੈ ਮਲਟੀ ਕਲਰ ਪਾਲਣ 'ਚ, ਤੇ ਇਸ ਕਰਕੇ ਮਲਟੀ ਕਲਰ ਪਾਲਦਾ ਜੀ ਮੈਂ। ਕੀ ਹੈ ਕਿ ਥੋੜਾ ਫਾਰਮ ਹਾਊਸ ਦੱਸ ਦਿਓ ਕਿ ਜੇਕਰ ਕੋਈ ਫਾਰਮ ਹਾਊਸ ਬਣਾਉਣਾ ਵੀ ਚਾਹੁੰਦਾ ਹੈ ਤਾਂ ਉਹ ਕਿਸ ਤਰ੍ਹਾਂ ਦੇ ਨਾਲ ਬਣਾਵੇ, ਏਰੀਆ ਖਾਸ ਕਰਕੇ ਕਿੰਨਾ ਹੋਣਾ ਚਾਹੀਦਾ ਇਹਦੇ ਵਿੱਚ ਜਿਹੜਾ? ਜਿਵੇਂ ਤੁਸੀਂ ਦੇਖ ਸਕਦੇ ਹੋ ਸਰ 5 ਪੋਰਸ਼ਨ ਬਣੇ ਹੋਏ ਆਪਣੇ ਇੱਥੇ। ਠੀਕ ਹੈ, ਪਹਿਲਾ ਪੋਰਸ਼ਨ ਬੱਚਿਆਂ ਵਾਸਤੇ, ਜਦੋਂ ਆ ਬੱਕਰੀਆਂ ਸੂਣਗੀਆਂ, ਜਿਵੇਂ ਹੁਣ ਸਾਰੀ ਆਸ ਲੱਗੀਆਂ ਹੋਈਆਂ ਬੱਕਰੀਆਂ, ਉਹਨਾਂ ਦਾ ਫਰਸ਼ ਮੈਂ ਪੱਕਾ ਬਣਾਇਆ ਹੋਇਆ ਤਾਂ ਕਿ ਇੱਕ ਉਹਨੂੰ ਡਿਸਇਨਫੈਕਟ ਕਰਨਾ ਸੌਖਾ ਹੈਗਾ। ਦੂਸਰਾ ਜਿਵੇਂ ਖੇਤ 'ਚ ਹੈ ਤਾਂ ਚੂਹੇ ਵਗੈਰਾ ਦਿੱਕਤ ਆਉਂਦੀ ਹੈ, ਜੇ ਜਿੱਥੇ ਚੂਹੇ ਹੋਣਗੇ ਉੱਥੇ ਪਿੱਸੂ ਵੀ ਹੋਣਗੇ। ਠੀਕ ਹੈ, ਤਾਂ ਐਕਸਟਰਨਲ ਜੋ ਪੈਰਾਸਾਈਟਸ ਆ ਉਹਨਾਂ ਤੋਂ ਬਚਾਉਣ ਵਾਸਤੇ ਪੱਕਾ ਫਰਸ਼ ਰੱਖਿਆ ਹੋਇਆ। ਬਾਕੀ ਆਪਣੇ 4 ਪੋਰਸ਼ਨ ਹੋਰ ਹੈਗੇ ਆ, ਇਹ ਸਾਰੇ ਕੱਚੇ ਹੈਗੇ ਆ, ਪਰ ਇਹਨਾਂ 'ਚ ਜਿਹੜੇ ਡਿਵਾਈਡ ਕੀਤੇ ਹੋਏ ਐਨੀਮਲ ਬੋਡੀ ਵਾਈਜ਼ ਤੇ ਏਜ ਵਾਈਜ਼ ਕੀਤੇ ਹੋਏ। ਇਸ ਤਰ੍ਹਾਂ ਨਹੀਂ ਕਿ ਜਿਵੇਂ ਹੁਣ ਆ ਇੱਥੇ ਬੱਕਰੀਆਂ ਦੀ ਹਾਈਟ ਕੱਦ ਕਾਠੀ ਵੇਟ ਜ਼ਿਆਦਾ, ਇਹਨਾਂ ਨਾਲ ਮੈਂ ਕਮਜ਼ੋਰ ਰੱਖੂੰਗਾ, ਹੋਰ ਕਮਜ਼ੋਰ ਹੋ ਜਾਣਗੇ। ਇਹਨਾਂ ਤੋਂ ਬਚਣ ਵਾਸਤੇ ਆਪਾਂ ਪੋਰਸ਼ਨ ਅਲੱਗ-ਅਲੱਗ ਕੀਤੇ ਹੋਏ ਆ ਕਿ ਅਲੱਗ-ਅਲੱਗ ਪੋਰਸ਼ਨ ਹੈ। ਇਹਨਾਂ 'ਚ ਜਿਵੇਂ ਲੱਗਦਾ ਕਿ ਹੁਣ ਕੋਈ ਬੱਕਰੀ ਹੀਟ 'ਚ ਹੈ, ਜਿਵੇਂ ਹੁਣ ਆਹ ਟਾਈਮ ਮੀਟਿੰਗ ਦਾ ਹੈ, ਤਾਂ ਉਦੋਂ ਮੇਰੇ ਕੋਲ 2 ਬਰੀਡਿੰਗ ਬਕਸ ਹੈਗੇ ਆ, ਉਹ ਇਹਨਾਂ ਕੋਲ ਛੱਡ ਦਿੰਦਾ ਕਿ ਜਿਹੜੇ 15 ਤੋਂ 20 ਬੱਕਰੀਆਂ ਉਹਨਾਂ ਨੂੰ ਕਨਸੀਵ ਆਰਾਮ ਨਾਲ ਕਰਾ ਲੈਂਦੇ ਆ। ਠੀਕ ਹੈ, ਜਿਵੇਂ ਹੁਣ ਮੇਰੇ ਕੋਲ 60 ਵੱਡੀ ਬੱਕਰੀਆਂ, ਮੈਂ ਉਹਨਾਂ 'ਚ ਬੱਕਰਾ ਸਿੱਧਾ ਛੱਡ ਦਿੰਦਾ, ਉਹ ਬੱਕਰੀ ਕਨਸੀਵ ਕਰਨ ਦੇ ਚਾਂਸਸ ਘੱਟ ਜਾਂਦੇ ਆ। ਠੀਕ ਹੈ, ਫਿਰ ਕਿ ਜੇ ਪੋਰਸ਼ਨ ਨਾ ਕਰਾਂ ਤਾਂ ਕਮਜ਼ੋਰ ਬੱਕਰੀ ਹੋਰ ਕਮਜ਼ੋਰ ਹੋ ਜਾਊਗੀ, ਰਾਜੀ ਬੱਕਰੀ ਉਹੀ ਖਾਊਗੀ, ਜਿਹੜਾ ਬੱਚਾ ਕੁਛ ਹੈ ਖਾਊਗੀ, ਉਹ ਤਾਂ ਫਿਰ ਤੁਹਾਨੂੰ ਪਤਾ ਹੈ ਕਮਜ਼ੋਰ ਹੋਈ ਜਾਣਾ ਹੈ। ਫਿਰ ਜਦੋਂ ਆਪਣਾ ਲਾਸਟ ਪੋਰਸ਼ਨ ਹੈ, ਜਦੋਂ ਇੱਥੋਂ ਬੱਚੇ ਮਤਲਬ ਦੁੱਧੋਂ ਹਟ ਗਏ, 3-4 ਮਹੀਨੇ ਦੇ ਹੋ ਗਏ, ਜਦੋਂ ਦੁੱਧ ਪੀਣਾ ਉਹਨੂੰ ਛੱਡਤਾ, ਫਿਰ ਉਹਨਾਂ ਨੂੰ ਅਲੱਗ ਕਰ ਦੇਣਾ ਤਾਂ ਕਿ ਬੱਚਿਆਂ 'ਚ ਵੀ ਉਹ ਚੀਜ਼ ਨਾ ਆਵੇ ਕਿ ਤੁਸੀਂ ਜਿਹੜੇ ਵੱਡਾ ਹੋ ਗਿਆ 4 ਮਹੀਨੇ ਦਾ, ਉਹਦੇ ਨਾਲ ਮਹੀਨੇ ਦਾ ਬੱਚਾ, ਤਾਂ ਫਿਰ 4 ਮਹੀਨੇ ਵਾਲੇ ਰੱਜ ਕੇ ਖਾਊਗਾ, ਮਹੀਨੇ ਵਾਲੇ ਫਿਰ ਖਾਣ ਨੂੰ ਨਹੀਂ ਮਿਲੂਗਾ। ਠੀਕ ਹੈ, ਇਸ ਵਾਸਤੇ ਪੋਰਸ਼ਨ ਕਰਨਾ ਬਹੁਤ ਜ਼ਰੂਰੀ ਹੈ। ਫਿਰ ਤੁਸੀਂ ਫਰਦਰ ਦੇਖੋਗੇ ਕਮਰੇ ਦੇ ਅੰਦਰ 2 ਕਮਰੇ ਬਣਾਏ ਹੋਏ ਛੋਟੇ, ਉਹ ਕਿ ਜਦੋਂ ਸਰਦੀ ਦਾ ਮੌਸਮ ਆ ਜਾਂਦਾ, ਬਾਹਰ ਬਹੁਤ ਜ਼ਿਆਦਾ ਠੰਡਾ ਹੈ, ਛੋਟੇ ਬੱਚੇ ਥੋੜੇ ਸੈਂਸਿਟਿਵ ਹੁੰਦੇ, ਉਹਨਾਂ ਨੂੰ ਕਿ ਛੋਟੇ ਕਮਰੇ 'ਚ ਆ ਜਾਈਏ। ਹਾਂਜੀ ਹਾਂਜੀ, ਤੇ ਇਸ ਵਾਸਤੇ ਅਲੱਗ ਕਰ ਦਿੰਦੇ ਆ ਜੀ। ਅੱਛਾ, ਫਿਰ ਇਹ ਫਿਰ ਆਪਾਂ ਸੀਗੇ ਮਤਲਬ ਜਿਹੜਾ ਫਸਟ ਤੋਂ ਸੈਕਿੰਡ ਜਿਹੜਾ ਹੈਗਾ ਪੋਰਸ਼ਨ ਉਹਦੇ ਵਿੱਚ ਆਪਾਂ ਹਾਂ ਜੀ ਐਕਚੁਅਲੀ ਜੀ ਜੀ ਅੱਗੇ ਜਿਵੇਂ ਤੁਸੀਂ ਦੇਖੋਗੇ ਆ ਪੋਰਸ਼ਨ ਆ ਗਿਆ ਜਿੱਥੇ ਹੁਣ ਆ ਬਰੀਡਿੰਗ ਮੇਲ ਹੈਗਾ ਆਪਣੇ ਕੋਲ। ਠੀਕ ਹੈ, ਇਹਦੇ ਕੋਲ 15 ਬੱਕਰੀਆਂ ਹੈਗੀਆਂ ਕਨਸੀਵ। ਠੀਕ ਹੈ, ਹੁਣ ਜਿਵੇਂ ਮੰਨ ਲਓ ਕਿ ਕੋਈ ਹੀਟ 'ਚ ਨਹੀਂ ਹੈਗੀ ਤਾਂ ਨਾਰਮਲ ਖੜਾ ਹੈ, ਅਦਰਵਾਈਜ਼ ਕਿ ਇਹ ਤੋਂ ਦੂਸਰਾ ਆਈਡੀਆ ਆਪਾਂ ਨੂੰ ਆ ਮਿਲ ਜਾਏਗਾ ਇਸ ਬਰੀਡਰ ਦਾ ਮੈਨੂੰ ਰਿਜ਼ਲਟ ਕੀ ਮਿਲ ਰਿਹਾ, ਟਵਿਨਿੰਗ ਪਰਸੈਂਟੇਜ ਕਿੰਨੀ ਹੈਗੀ ਇਹਦੀ, ਜਾਂ ਇਹਦੇ ਬੱਚੇ ਜੋ ਆ ਰਹੇ ਉਹਨਾਂ 'ਚ ਮੋਰਟੈਲਿਟੀ ਕਿੰਨੀ ਹੈ, ਕਿਸ ਵੇਟ 'ਚ ਗੇਨ 'ਚ ਆ ਰਿਹਾ, ਤੇ ਇੱਕ ਸਟੱਡੀ ਕਰਨਾ ਆਸਾਨ ਹੋ ਜਾਂਦਾ ਕਿ ਆਪਾਂ ਨੂੰ ਇਹ ਬੱਕਰੀਆਂ ਇਸ ਤੋਂ ਪ੍ਰਾਈ ਵੀ ਹੈ ਤਾਂ ਆਪਾਂ ਨੂੰ ਕੀ ਰਿਜ਼ਲਟ ਆ ਰਿਹਾ। ਚਲੋ ਅੱਗੇ ਦੇਖਦੇ ਇਹ ਕਾਫੀ ਜਿਹੜਾ ਹੈਗਾ ਹਾਈਟ ਇਹਦੀ ਕਾਫੀ ਹੈਗੀ, ਇਹ ਵੀ ਉਸੇ ਦਾ ਹੀ ਹੈ ਬੀਟਲ 'ਚ? ਬੀਟਲ 'ਚ ਹੀ ਹੈ ਸਰ, ਅੱਛਾ। ਕਿਉਂਕਿ ਬੀਟਲ ਜਿਵੇਂ ਮੈਂ ਦੱਸਿਆ ਕਿ ਇੰਡੀਆ ਦੀ ਸਭ ਤੋਂ ਵੱਡੀ ਬਰੀਡ 'ਚੋਂ ਇੱਕ ਬਰੀਡ ਹੈਗੀ ਹੈ, ਕੱਦ ਕਾਠੀ ਬਹੁਤ ਹੈ, ਵੇਟ ਗੇਨ ਬਹੁਤ ਵਧੀਆ ਕਰ ਲੈਂਦੇ। ਜਿਵੇਂ ਹੁਣ ਥੋੜਾ ਲਿੱਸਾ ਹੈ ਕਿਉਂਕਿ ਇਸ ਟਾਈਮ ਮੀਟਿੰਗ ਦਾ ਟਾਈਮ ਹੈ, ਜਿਵੇਂ ਹੁਣ ਮੂਵੀ ਦੇਖੋ ਤੁਸੀਂ ਗੰਦਾ ਜਿਹਾ ਹੋਇਆ ਕਿ ਆ ਇਸ ਟਾਈਮ ਸਿਰਫ ਇਹਦਾ ਇੱਕ ਹੀ ਮੋਟਿਵ ਹੈਗਾ ਕਿ ਜਿੰਨੀ ਜ਼ਿਆਦਾ ਬੱਕਰੀ ਮੈਂ ਕਨਸੀਵ ਕਰਾ ਸਕਾਂ, ਕਨਸੀਵ ਕਰਾ ਲਈਏ। ਅੱਗੇ ਚੱਲੀਏ ਆਪਾਂ ਹੋਰ ਦਿਖਾਣਾ ਜੀ। ਮੇਨ ਇਹ ਜਿਹੜਾ ਫਿਰ ਮੀਟਿੰਗ ਵਾਸਤੇ ਜਿਹੜਾ ਰੱਖਿਆ ਪੋਰਸ਼ਨ ਜਿਹੜਾ ਜੀ, ਮੀਟਿੰਗ ਵਾਸਤੇ ਸਰ ਪੋਰਸ਼ਨ ਵਾਈਜ਼ ਅਲੱਗ ਰੱਖੇ ਹੋਏ। ਜਿਵੇਂ ਇਹ 'ਚ ਦੇਖੋਗੇ, ਇਹ 'ਚ ਬੱਕਰੀਆਂ ਫਸਟ ਟਾਈਮ ਮੀਟ ਕਰਨ ਵਾਲੀ ਬੱਕਰੀਆਂ ਹੈਗੀ ਹੈ, ਜਾਂ ਬਹੁਤ ਜ਼ਿਆਦਾ ਜੋ ਕੋਈ ਵੀਕ ਹੋ ਗਈ ਬੱਚੇ ਦੇਣ ਤੋਂ ਬਾਅਦ, ਉਹਨੂੰ ਅਲੱਗ ਕਰ ਲੈਂਦੇ ਆ। ਇਹਨੂੰ ਮੈਂ ਕਨਸੀਵ ਕਰਾ ਰਿਹਾ ਇਸ ਮੇਲ ਤੋਂ। ਇਸ ਮੇਲ ਦੀ ਹਿਸਟਰੀ ਹੈ ਕਿ ਆਪਣੇ ਫਾਰਮ ਦਾ ਮੇਲ ਹੈਗਾ, ਇਹਦੀ ਮਾਂ ਦੇ 3 ਬੱਚੇ ਸੀਗੇ, ਤਾਂ ਐਕਸਪੈਕਟ ਕਰਦਾ ਕਿ ਇਹਦੇ ਵੀ ਜਿਹੜੇ ਬੱਚੇ ਆਣਗੇ ਉਹਨੇ ਟਵਿਨਿੰਗ ਪਰਸੈਂਟੇਜ ਜ਼ਿਆਦਾ ਹੋਵੇ। ਠੀਕ ਹੈ, ਕਿਉਂ ਜਦ ਤੁਸੀਂ ਬਰੀਡਿੰਗ ਕਰਾ ਰਹੇ ਹੋ ਤਾਂ ਟਵਿਨਿੰਗ ਪਰਸੈਂਟੇਜ ਜਿੰਨੀ ਜ਼ਿਆਦਾ ਹੋਗੀ ਉਹਨੇ ਆਪਣੀ ਪ੍ਰੋਫਿਟੇਬਿਲਿਟੀ ਵੱਧ ਜਾਊਗੀ। ਹੁਣ ਮੈਂ ਤੁਹਾਨੂੰ 5ਵਾਂ ਪੋਰਸ਼ਨ ਦਿਖਾ ਦੇਣਾ ਜੀ। ਇਹਦਾ ਮਤਲਬ ਮੇਨ ਕਾਰਨ ਆਈ ਹੈ ਕਿ ਸਾਰੇ ਨੂੰ ਅਲੱਗ ਰੱਖਣ ਦਾ, ਕਿ ਇਹ 'ਚ ਦੇਖੋ ਤੁਸੀਂ ਸੇਮ ਹਾਈਟ ਦੇ ਸੇਮ weight ਦੇ ਹੈਗੇ ਆ, ਤੇ ਕਿਸੇ ਨੂੰ ਖਾਣ ਪੀਣ 'ਚ ਕੋਈ ਦਿੱਕਤ ਨਹੀਂ, ਕੋਈ ਕਿਸੇ ਨੂੰ ਟੱਕਰ ਨਹੀਂ ਮਾਰਨਾ। ਇਹ 'ਚ ਤਕਰੀਬਨ 4 ਤੋਂ 6 ਮਹੀਨੇ ਦੇ ਬੱਚੇ ਹੈਗੇ ਆ ਜਿਹੜਾ ਆਪਾਂ ਅਲੱਗ ਰੱਖੇ ਹੋਏ। ਸੋ ਆਪਾਂ ਇਹਦਾ ਲਾਸਟ ਜਿਹੜਾ ਪੋਰਸ਼ਨ ਹੈਗਾ, ਇੱਥੇ ਜਿਹੜੇ ਹੈਗੇ ਬੱਚੇ ਹੈਗੇ ਜਿਹੜੇ ਬੀਟਲ ਬੱਕਰੀ ਦੇ ਸਾਰੀ ਜਿਹੜੀ ਨਸਲ ਹੈਗੀ, ਦੱਸ ਰਹੇ ਸੀਗੇ ਰਾਹੁਲ ਕਿ ਜਿਹੜਾ ਇੱਥੇ ਜਿਹੜਾ ਹੈਗਾ ਇਹ ਸਾਰੇ ਇਕੱਠੇ ਹੋ ਜਾਂਦੇ, ਕੱਪੜੇ ਵਗੈਰਾ ਵੀ ਇਹ ਜਿਹੜੇ ਚਬਾਣੇ ਸ਼ੁਰੂ ਕਰ ਦਿੰਦੇ ਹੈ, ਇਸ ਕਰਕੇ ਥੋੜਾ ਪਰਹੇਜ਼ ਕਰ ਰਹੇ ਸੀ ਕਿ ਨਾ ਅੰਦਰ ਜਾਈਏ। ਲੇਕਿਨ ਤੁਹਾਨੂੰ ਦਿਖਾਣਾ ਬਹੁਤ ਜ਼ਰੂਰੀ ਸੀਗਾ ਕਿ ਤੁਹਾਨੂੰ ਪੂਰੀ ਤਰ੍ਹਾਂ ਜਿਹੜਾ ਪਤਾ ਲੱਗੇ ਕਿ ਆਖਰ ਹੈ ਕੀ, ਕਿਸ ਤਰ੍ਹਾਂ ਦੇ ਨਾਲ ਇਹ ਜਿਹੜਾ ਧੰਦਾ ਜਿਹੜਾ ਸ਼ੁਰੂ ਕੀਤਾ ਚੱਲਦਾ ਕਿਵੇਂ ਹੈ। ਇਹ ਦੇਖੋ ਮੇਰੇ ਕੋਲੇ ਵੀ ਸਾਰੇ ਆ ਗਏ ਇੱਥੇ। ਨਹੀਂ, ਚੱਲਣ 'ਚ ਸਰ ਕੋਈ ਦਿੱਕਤ ਨਹੀਂ। ਜਿਵੇਂ ਬੇਸਿਕਲੀ 3 ਬਿਜ਼ਨਸ ਮਾਡਲ ਹੈ ਜਿਨ੍ਹਾਂ 'ਤੇ ਲੋਕੀ ਕੰਮ ਕਰਦੇ ਆ। ਜਿਵੇਂ ਮੈਂ ਬਰੀਡਿੰਗ ਤੇ ਕੰਮ ਕਰ ਰਿਹਾ, ਜਾਂ ਕੁਝ ਈਦ ਗੋਟਸ ਤੇ ਵੀ ਕੰਮ ਕਰਦੇ ਆ। ਫਿਰ ਤੀਸਰੇ ਹੈਗੇ ਜਿਹੜੇ ਕਿ ਮਾਸ ਲਈ ਕੰਮ ਕਰਦੇ ਆ, ਉਹਦੇ ਵਾਸਤੇ ਕੀ ਜੇ ਇੱਕ ਫਾਰਮ 'ਚ ਉਹਦੀ ਪ੍ਰੋਫਿਟੇਬਿਲਿਟੀ ਨਹੀਂ ਹੈ।
ਉਹਦਾ ਕਿ ਹਰਡ ਜਿੰਨਾ ਤੁਸੀਂ ਲੈ ਕੇ ਬਾਹਰ ਗ੍ਰੇਜ਼ਿੰਗ ਵਾਲੇ ਹੈਗੇ ਆ ਉਹਨਾਂ ਦੇ ਲਈ ਉਹ ਬਹੁਤ ਪ੍ਰੋਫਿਟੇਬਲ ਹੈ। ਪਰ ਜੇ ਫਾਰਮ ਆਪਾਂ ਕਰ ਰਹੇ ਹਾਂ ਤਾਂ ਜੇ ਐਕਸਪੈਂਸ ਦੇ ਨਾਲ ਆਪਾਂ ਨੂੰ ਰਿਟਰਨ ਚੰਗੀ ਨਹੀਂ ਆ ਰਹੀ ਫਿਰ ਫਾਰਮ ਕਰਨ ਦਾ ਫਾਇਦਾ ਕੀ। ਬਰੀਡਿੰਗ ਤੇ ਈਦ ਗੋਟਸ ਜੋ ਹੈ ਆਪਣੇ ਲਈ ਵਧੀਆ ਆਪਸ਼ਨ ਹੈਗਾ। ਜਿਵੇਂ ਮੈਂ ਤੁਹਾਨੂੰ ਬਲੈਕ ਦਾ ਦੱਸ ਰਿਹਾ ਸੀਗਾ ਪਿਓਰ ਦਾ, ਜਿਵੇਂ ਆਹ ਬਲੈਕ ਪਿਓਰ ਬੱਕਰੀ ਹੈਗੀ ਹੈ, ਠੀਕ ਹੈ, ਇਹਨੂੰ ਤੁਸੀਂ ਫੋਕਸ ਕਰ ਸਕਦੇ ਹੋ ਜੋ ਕਿ ਐਜ਼ ਪਰ ਟੈਕਸਟ ਬੁੱਕ ਪਿਓਰ ਬੱਕਰੀ ਹੈ, ਜਿਹਨੂੰ 100% ਪਿਓਰ ਬਰੀਡ ਮੰਨਦੇ ਆਪਾਂ। ਆ ਜਿਵੇਂ ਬਲੈਕ ਹੈਗਾ ਉਹ ਬੱਚਾ ਬਲੈਕ ਹੈਗਾ, ਜਿਵੇਂ ਕੁਝ ਬੱਚੇ ਹੈਗੇ ਵਿਚਾਲੇ ਬਲੈਕ, ਇਸ ਤਰ੍ਹਾਂ ਦੇ ਸਾਰੇ ਜਿੰਨੇ ਵੀ ਜ਼ਿਮੀਂਦਾਰ ਭਰਾ ਹੈਗੇ ਮਤਲਬ ਸਹਾਇਕ ਧੰਦੇ ਵਜੋਂ ਜਿਹੜਾ ਇਹਨੂੰ ਸ਼ੁਰੂ ਕੀਤਾ ਜਾ ਸਕਦਾ ਹੈ। ਥੋੜੀ ਮਿਹਨਤ ਲੱਗਦੀ ਹੈ ਲੇਕਿਨ ਕਮਾਈ ਠੀਕ ਹੈ। ਜਿਸ ਤਰ੍ਹਾਂ ਦੇ ਨਾਲ ਕਿਹਾ ਜਾਂਦਾ ਹੈ ਕਿ ਜਿਹੜਾ ਖੇਤੀ ਧੰਦਾ ਜਿਹੜਾ ਹੈਗਾ ਅੱਜ ਕੱਲ੍ਹ ਮੁਨਾਫੇ ਦਾ ਧੰਦਾ ਨਹੀਂ ਰਿਹਾ, ਇਸੇ ਕਰਕੇ ਰਾਹੁਲ ਨੇ ਜਿਹੜਾ ਸੋਚਿਆ ਹੈਗਾ ਕਿ ਇਹਨੂੰ ਸਹਾਇਕ ਧੰਦੇ ਦੇ ਵਜੋਂ ਅਪਣਾਇਆ ਜਾਵੇ ਤੇ ਇਹਦੇ ਤੋਂ ਜਿਹੜਾ ਹੈਗਾ ਆਰਥਿਕ ਜਿਹੜੀ ਹੈਗੀ ਕਿਸਾਨਾਂ ਦੀ ਜਿਹੜੀ ਇੱਕ ਕਮਜ਼ੋਰੀ ਹੈ ਉਸ ਨੂੰ ਦੂਰ ਕੀਤਾ ਜਾ ਸਕੇ। ਸਰ ਮੋਟਿਵ ਆਈ ਸੀਗਾ ਕਿਉਂਕਿ ਜਿਹੜਾ ਆਪਾਂ ਨੂੰ ਪਤਾ ਮੋਨੋਕਲਚਰ 'ਚ ਆਪਾਂ ਕੰਮ ਕਰਦੇ ਹਾਂ, ਹੁਣ ਝੋਨਾ ਬੀਜ ਲਿਆ, ਨਰਮਾ ਹੋ ਗਿਆ, ਉਹ ਤੋਂ ਬਾਅਦ ਕਣਕਾਂ ਹੋ ਗਿਆ, ਸਾਲ 'ਚ ਮੈਕਸਿਮਮ 2 ਰਿਟਰਨ ਹੈ ਆਪਣੀ, ਠੀਕ ਹੈ। ਗੋਟ ਫਾਰਮਿੰਗ ਜਾਂ ਕੋਈ ਵੀ ਸਹਾਇਕ ਬਿਜ਼ਨਸ ਕਰਦੇ ਹੋ ਉਹ 'ਚ ਕੀ ਹੈ ਕਿ ਜਦੋਂ ਆਪਣਾ ਲੀਨ ਪੀਰੀਅਡ ਹੈ ਉਹ 'ਚ ਵੀ ਆਪਾਂ ਨੂੰ ਕੁਝ ਨਾ ਕੁਝ ਇਨਕਮ ਹੋਣੀ ਸਟਾਰਟ ਹੋ ਜਾਂਦੀ ਹੈ। ਫਿਰ ਕੀ ਜਿਵੇਂ ਹੁਣ ਆਪਣੇ ਫੋਨ ਆ ਗਏ, ਟੈਲੀਫੋਨ ਹੋ ਗਿਆ, ਕੁਝ ਹੋ ਗਿਆ, ਹਰ ਮਹੀਨੇ ਆਪਣੇ ਬਹੁਤ ਸਾਰੇ ਬਿਲਸ ਆਉਂਦੇ ਆ, ਘੱਟੋ ਘੱਟ ਇੰਨਾ ਖਰਚਾ ਤਾਂ ਆਪਦਾ ਪੂਰਾ ਕਰ ਦਿੰਦੇ ਆ ਜੋ ਕਿ ਆਪਾਂ ਨੂੰ ਆੜਤੀ ਹੈ ਬੈਂਕ ਦੀ ਮਦਦ ਲੈਣੀ ਪੈਂਦੀ ਸੀ, ਹੁਣ ਉੱਥੇ ਜਾਣ ਦੀ ਲੋੜ ਨਹੀਂ, ਆਪਦੀ ਐਡੀਸ਼ਨਲ ਇਨਕਮ ਆ ਰਹੀ ਹੈ। ਸਾਰੇ ਸਾਲ ਤੁਹਾਨੂੰ ਥੋੜ੍ਹੀ ਥੋੜ੍ਹੀ ਇਨਕਮ ਆਉਂਦੀ ਰਹੀ। ਇੱਕ ਮੰਨ ਲਓ ਕਿ ਸੈਲਰੀ ਮੰਨ ਲਓ ਤੁਹਾਡੀ ਇੱਕ ਸੈਲਰੀ ਤਰ੍ਹਾਂ ਚੱਲ ਰਿਹਾ ਕੰਮ, ਤੇ ਇਸ ਤਰ੍ਹਾਂ ਸੈਟਅਪ ਕੀਤਾ ਹੋਇਆ ਕਿ ਆਪਾਂ ਨੂੰ ਸਾਰੇ ਸਾਲ ਰਾਊਂਡ ਦਾ ਈਅਰ ਇਨਕਮ ਆਉਂਦੀ ਰਹੀ। ਜਿਹੜੀ ਖੇਤੀ ਹੈ ਉਹ ਤਾਂ ਹੈ ਹੀ, ਪਰ 1.25 ਕਿੱਲੇ ਜਿੰਨੇ ਮੈਂ ਏਰੀਆ ਕਵਰ ਕੀਤਾ ਹੋਇਆ ਉਹ 'ਚ ਮੈਨੂੰ 1 ਕਿੱਲੇ ਤੋਂ ਬਹੁਤ ਜ਼ਿਆਦਾ ਇਨਕਮ ਪੈਦਾ ਹੋ ਰਹੀ ਹੈ। ਤਾਂ ਠੀਕ ਹੈ, ਮੇਰੇ ਲਈ ਕੀ ਹੈ ਕਿ ਇੱਥੇ ਟਾਈਮ ਸਪੈਂਡ ਵਧੀਆ ਕਰ ਲੈਣਾ, ਸਵੇਰੇ ਸ਼ਾਮ 2-2.5 ਘੰਟੇ ਮਿਹਨਤ ਕਰੋ, ਉਹ ਤੋਂ ਬਾਅਦ ਖੇਤੀ ਰੂਟੀਨ ਕੰਮ ਕਰੋ ਤੇ ਬਹੁਤ ਵਧੀਆ ਰਿਟਰਨ ਆਉਣ ਕਰਕੇ। ਤਾਂ ਮੈਂ ਹਰ ਕਿਸੇ ਨੂੰ ਕਹਿੰਦਾ ਕਿ ਜੇ ਤੁਹਾਡੇ ਇੰਟਰਸਟ ਹੈ, ਜ਼ਰੂਰੀ ਨਹੀਂ ਕਿ ਤੁਸੀਂ ਗੋਟ ਫਾਰਮ ਕਰੋ, ਪੋਲਟਰੀ ਕਰੋ, ਕੈਨਲ ਕਰੋ, ਡੇਅਰੀ ਕਰੋ, ਪਰ ਇੰਨਾ ਕਹਿ ਰਿਹਾ ਕਿ ਜੋ ਕਿ ਯੂਥ ਹੈਗਾ ਐਟਲੀਸਟ ਇੱਕ ਇਹੋ ਜਿਹਾ ਬਿਜ਼ਨਸ ਕਰੇ ਕਿ ਤੁਹਾਨੂੰ ਆ ਵੀ ਫੀਲ ਨਾ ਹੋਵੇ ਕਿ ਮੈਂ ਬਿਲਕੁਲ ਵਿਹਲਾ, ਮੈਂ ਕੋਈ ਕੰਮ ਨਹੀਂ ਕਰ ਰਿਹਾ, ਜਾਂ ਕਿ ਜੋ ਕਿ ਖੇਤੀ ਨਾਲ ਇੰਟੀਗ੍ਰੇਸ਼ਨ ਕਰ ਸਕਦੇ, ਜਿੱਥੇ ਬਹੁਤ ਜ਼ਿਆਦਾ ਇਨਵੈਸਟਮੈਂਟ ਨਹੀਂ ਹੈਗੀ, ਆਪਾਂ ਉਹ ਕੰਮ ਸਟਾਰਟ ਕਰ ਸਕਦੇ ਹਾਂ। ਕਿ ਇੱਕ ਕੰਮ ਸਟਾਰਟ ਕਰੋ, ਉਹਨੂੰ ਲੈਵਲ ਅਪ ਟਾਈਮ ਦੇ ਨਾਲ ਹੁੰਦਾ ਰਹਿੰਦਾ ਹੈ। ਪਰ ਆਪਣੇ ਬੇਸਿਕ ਪ੍ਰੋਬਲਮ ਕੀ ਆ ਰਹੀ ਹੈ ਕਿ ਜਦੋਂ ਆਪਾਂ ਫਾਰਮ ਸਟਾਰਟ ਕਰਦੇ ਨਾ ਕਿ ਛੋਟੇ ਲੈਵਲ ਤੋਂ ਸਟਾਰਟ ਨਹੀਂ ਕਰਦੇ, ਸਿੱਧੇ ਵੱਡੇ ਲੈਵਲ ਤੋਂ ਬਹੁਤ ਸਾਰੇ ਲੋਨ ਲੈ ਕੇ ਸਟਾਰਟ ਕਰਦੇ ਆ ਕਿਉਂਕਿ ਐਕਸਪੀਰੀਅੰਸ ਨਹੀਂ ਹੁੰਦਾ। ਫਿਰ ਕਹਿੰਦੇ ਕਿ ਨਾ ਫਾਰਮ ਬੰਦ ਹੋ ਗਏ। ਬੰਦ ਕਿਉਂ ਹੋ ਗਏ? ਤੁਹਾਨੂੰ ਤਜਰਬਾ ਹੈ ਨਹੀਂ, ਤੁਸੀਂ ਵੱਡੇ ਲੈਵਲ ਤੇ ਸਟਾਰਟ ਕਰ ਲਏ। ਜੋ ਵੀ ਨਵੇਂ ਬੰਦਾ ਸਟਾਰਟ ਕਰਨਾ ਚਾਹੁੰਦਾ ਫਾਰਮ, ਛੋਟੇ ਲੈਵਲ ਤੋਂ ਸਟਾਰਟ ਕਰੋ, 5-10 ਐਨੀਮਲ ਤੋਂ, ਕਿਉਂਕਿ ਅੱਜ ਤੱਕ ਤੁਸੀਂ ਕੰਮ ਨਹੀਂ ਕਰ ਰਹੇ ਤਾਂ ਆ ਐਕਸਪੈਕਟ ਨਾ ਕਰੋ ਕਿ ਅੱਜ ਮੈਂ ਪੈਸੇ ਲਾ ਕੇ ਕੱਲ੍ਹ ਤੋਂ ਮੈਂ ਇੰਨੇ ਰਿਟਰਨ ਆਉਣੇ ਸਟਾਰਟ ਹੋ ਜਾਣੀ ਹੈ। ਐਕਸਪੀਰੀਅੰਸ ਨਾਲ ਚੱਲਦਾ ਸਭ ਕੁਝ। ਜਿਵੇਂ ਆਪਾਂ ਬੂਟਾ ਲਾ ਰਹੇ ਹਾਂ, ਉਹਨੂੰ 4-5 ਸਾਲ ਲੱਗਦੇ ਆ ਫਰੂਟ ਆਉਣ 'ਚ, ਇਸੇ ਤਰ੍ਹਾਂ ਕੋਈ ਲਾਈਫ ਸਟਾਕ ਹੈ, ਲਾਈਫ ਸਟਾਕ 'ਚ ਟਾਈਮ ਲੱਗਦਾ। ਤੁਸੀਂ ਕੰਮ ਸਟਾਰਟ ਕਰਿਓ, ਜਾਂ ਤਾਂ ਇਹੋ ਜਿਹਾ ਕੰਮ ਹੋਵੇ ਕਿ ਜੋ ਕਿ 6 ਮਹੀਨੇ ਨੂੰ ਫਸਲ ਖਤਮ ਹੋ ਗਈ, ਜਿਵੇਂ ਕਿ ਸ਼ਰਿੰਪਸ ਕਰ ਰਹੇ ਆ ਬਹੁਤ ਸਾਰੇ ਲੋਕ, ਪ੍ਰੌਨਸ ਕਰ ਰਹੇ ਆ, ਜਾਂ ਫਿਰ ਸੂਰ ਫਾਰਮ ਵਗੈਰਾ ਕੁਝ ਕਰ ਰਹੇ ਆ ਕਿ ਜਿਹਨਾਂ ਨੂੰ ਪਤਾ ਕਿ ਸਾਲ ਬਾਅਦ ਆਪਾਂ ਇਹਨੂੰ ਯੂਜ਼ ਕਰ ਲੈਣਾ। ਜਦੋਂ ਤੁਸੀਂ ਬਰੀਡਿੰਗ ਕਰ ਰਹੇ ਹੋ, ਬਰੀਡਿੰਗ ਟਾਈਮ ਮੰਗਦੀ ਹੈ ਥੋੜ੍ਹੀ ਜਿਹੀ। ਉਹ ਜਦੋਂ ਕਿ ਬੱਕਰੀ ਵੱਡੀ ਹੋ ਗਈ, ਬੱਚੇ ਦੇਣੇ ਸਟਾਰਟ ਕਰੇ, ਫਿਰ ਇੱਕ ਰੋਟੇਸ਼ਨ ਬਣ ਜਾਂਦਾ ਹੈ। ਰੋਟੇਸ਼ਨ ਬਣ ਗਿਆ, ਫਿਰ ਉਹ ਤੋਂ ਬਾਅਦ ਤੁਹਾਡਾ ਮੋਟੀਵੇਸ਼ਨ ਆਪਣਾ ਵੀ ਚੱਲਦਾ ਰਹਿੰਦਾ ਕਿ ਆਪਾਂ ਕੰਮ ਸਟਾਰਟ ਕਰਨਾ ਹੈ। ਹਰ ਕਿਸੇ ਬੰਦੇ ਨੂੰ ਮੈਂ ਸੁਜੈਸਟ ਕਰਾਂਗਾ, ਜਿਵੇਂ ਮੇਰੇ ਫਾਦਰ ਸਾਹਿਬ ਕਰ ਰਹੇ ਸੀ, ਮੈਂ ਵੀ ਆ ਕੇ ਇੱਥੇ ਉਹੀ ਕੰਮ ਕਰ ਸਕਦਾ ਸੀ, ਤਾਂ ਮੇਰੀ ਵੈਲਿਊ ਐਡੀਸ਼ਨ ਕੀ ਸੀਗੀ? 0। ਠੀਕ ਹੈ, ਹੁਣ ਮੇਰੀ ਵੈਲਿਊ ਐਡੀਸ਼ਨ ਹੋ ਗਈ। ਚਲੋ ਠੀਕ ਹੈ, ਮੈਂ ਫਾਰਮ ਕਰ ਰਿਹਾ, ਕੁਝ ਐਡੀਸ਼ਨਲ ਇਨਕਮ ਜਨਰੇਟ ਕਰ ਰਿਹਾ ਆਪਦੇ ਲਈ, ਬਿਜ਼ੀ ਰਹਿ ਰਿਹਾ, ਕਿਸੇ ਗਲਤ ਪਾਸੇ ਜਾਣ ਦਾ ਟਾਈਮ ਹੀ ਨਹੀਂ ਮਿਲਦਾ। ਤਾਂ ਇੱਕ ਸ਼ਡਿਊਲ ਬਣਿਆ ਰਹਿੰਦਾ ਲਾਈਫ 'ਚ। ਜਦੋਂ ਸ਼ਡਿਊਲ ਹੋਊਗਾ ਫਿਰ ਤੁਹਾਨੂੰ ਪਤਾ ਕਿ ਤੁਸੀਂ ਆਪਣੇ ਆਪ ਹੀ ਪ੍ਰੋਗਰੈਸ ਕਰਦੇ ਰਹੋਗੇ ਲਾਈਫ 'ਚ। ਨਾਲ ਫਿਰ ਪੋਲਟਰੀ ਫਾਰਮ ਦਾ ਵੀ ਕੀਤਾ ਕੀ ਹੈ ਕਿ ਕਿਹੜੀ ਆ ਵਾਲੇ ਹੈ? ਸਰ RIR ਹੈਗਾ। ਜਿਵੇਂ ਮੈਂ ਕਹਿ ਰਹੀ ਸੀ ਕਿ ਫਾਰਮਿੰਗ ਨਾਲ ਜੋ ਵੀ ਇੰਟੀਗ੍ਰੇਸ਼ਨ ਕਰ ਸਕਦਾ, ਤਾਂ ਫਸਟ ਗੋਟ ਫਾਰਮ ਸੀਗਾ, ਸੈਕਿੰਡ ਇੰਟੀਗ੍ਰੇਸ਼ਨ ਬੈਕਯਾਰਡ ਪੋਲਟਰੀ ਹੈ। ਅੱਗੇ ਦੇਖੋ ਸ਼ਾਇਦ 2-3 ਹੋਰ ਪਲਾਨ ਹੈ, ਜਲਦੀ ਆ ਜਾਣਗੇ। RIR ਮੈਂ ਇਸ ਲਈ ਰੱਖਿਆ ਕਿ ਸਰਦੀਆਂ ਦੇ ਮੌਸਮ 'ਚ ਆਪਣੇ ਅੰਡਿਆਂ ਦੀ ਡਿਮਾਂਡ ਬਹੁਤ ਹਾਈ ਹੁੰਦੀ ਹੈ। ਠੀਕ ਹੈ, ਫਿਰ 100% ਆਰਗੈਨਿਕ ਪ੍ਰੋਡਿਊਸ ਹੈਗਾ। ਇਹ 'ਚ ਮਤਲਬ ਕਿ ਕੋਈ ਵੀ ਮਾਰਕੀਟ ਵਾਲੀ ਫੀਡ ਅਸੀਂ ਯੂਜ਼ ਨਹੀਂ ਕਰ ਰਹੇ, ਜੋ ਘਰ ਦੀ ਫੀਡ ਬਣਾ ਰਹੇ ਉਹ ਯੂਜ਼ ਕਰ ਰਿਹਾ। ਕੋਈ ਮਤਲਬ ਜਿਹੜੇ ਆਪਾਂ ਕਹਿ ਦਿੰਦੇ ਸੀ ਪਹਿਲਾਂ, ਜਿਹੜੇ ਪਿੰਡ ਦੇਸੀ, ਜਿਹੜੇ ਦੇਸੀ, ਹਾਂ, ਬਰੀਡ ਮਤਲਬ ਅਮਰੀਕਨ ਬਰੀਡ ਹੈਗੀ ਹੈ, ਪਰ ਇਹਨੂੰ ਪਾਲ ਦੇਸੀ ਤਰੀਕੇ ਨਾਲ ਰਿਹਾ, ਕੋਈ ਹਾਰਮੋਨਲ ਫੀਡ ਨਹੀਂ, ਕੋਈ ਐਂਟੀਬਾਇਓਟਿਕ ਨਹੀਂ ਹੈਗੀ, 100% ਕਲੀਨ ਐਗ ਹੈਗਾ, ਅਤੇ ਜਿਹਦੀ ਡਿਮਾਂਡ ਵੀ ਬਹੁਤ ਵਧੀਆ ਹੈ। ਫਿਰ ਇਹਦਾ ਮੀਟ ਵੀ ਵਿਕਦਾ, ਜਿਹੜਾ ਮਤਲਬ ਮੁਰਗੇ ਲੈ ਕੇ ਜਾਂਦੇ ਆ, ਉਹਦਾ ਰੈੱਡ ਮੀਟ ਹੈਗਾ, ਲੋਕ ਬਹੁਤ ਚਾਅ ਨਾਲ ਪਸੰਦ ਕਰਦੇ ਆ। ਥੋੜ੍ਹਾ ਐਕਸਪੈਂਸਿਵ ਪੈਂਦਾ ਹੈ, ਪਰ ਇੱਕ ਬਹੁਤ ਵਧੀਆ ਮੀਟ ਹੈ ਕਿ ਜਿਹਨੂੰ ਤੁਸੀਂ ਖਾ ਕੇ ਇੰਜੋਏ ਕਰਦੇ ਹੋ। ਅਤੇ ਮੇਰੇ ਲਈ ਕੀ ਹੈ ਕਿ ਅੰਡੇ ਵੀ ਸਰਦੀਆਂ 'ਚ ਵਧੀਆ ਆਉਣੇ ਸ਼ੁਰੂ ਹੋ ਜਾਣਗੇ, ਮੀਟ ਵੀ ਵਧੀਆ ਵਿਕਦਾ। ਅਤੇ ਜਿਹੜੇ 6 ਮਹੀਨੇ ਦਾ ਸਰਦੀਆਂ ਦਾ ਸੀਜ਼ਨ ਹੈ, ਇਹ ਪੋਲਟਰੀ ਨਾਲ ਬਹੁਤ ਵਧੀਆ ਚੱਲਦਾ ਹੈ। ਐਕਸਟਰਾ ਸਪੇਸ ਨਹੀਂ ਹੈਗੀ, ਇਸੇ ਸਪੇਸ 'ਚ ਥੋੜ੍ਹਾ ਜਿਹਾ ਸਾਈਡ ਏਰੀਆ ਕਵਰ ਕਰਕੇ ਇੱਕ ਹੋਰ ਐਡੀਸ਼ਨਲ ਇਨਕਮ ਜਨਰੇਟ ਕਰਨ ਦੀ ਕੋਸ਼ਿਸ਼ ਕੀਤੀ ਹੋਈ ਹੈ। ਕੀ ਹਾਈਟ ਕੇ ਕਿੰਨੀ ਕੁ ਹੋ ਜਾਂਦੀ ਹੈ ਜਦੋਂ ਉਹਨੂੰ ਫਿਰ ਵੇਚਦੇ ਆ, ਜਾਂ ਜਿਹੜਾ ਜਦੋਂ ਇਹ ਅੰਡੇ ਦੇਣ ਦੇ ਲਾਇਕ ਹੋ ਜਾਂਦੇ? ਦੇਖੋ ਸਰ, ਰਫਲੀ ਆ ਬਰੀਡ 6 ਮਹੀਨੇ 'ਚ ਤਿਆਰ ਹੁੰਦੀ ਹੈ। ਜਦੋਂ ਅੰਡੇ ਦੇਣ ਵਾਲੀ ਸਟੇਜ ਜਾਂਦੀ ਹੈ, ਉਸ ਟਾਈਮ ਇਹਨਾਂ ਦਾ ਤਕਰੀਬਨ 1.5 ਕਿਲੋ ਦੇ ਕੋਲ ਵਜ਼ਨ ਹੋ ਜਾਂਦਾ ਹੈ। ਹੁਣ ਇਹਦਾ 850-900 ਗ੍ਰਾਮ ਵੇਟ ਹੈਗਾ, ਤਕਰੀਬਨ 4.5 ਮਹੀਨੇ ਦੇ ਹੈ।
ਜਦੋਂ ਨਵੰਬਰ ਅਕਤੂਬਰ ਐਂਡ ਜਾਂ ਨਵੰਬਰ ਆਊਗਾ ਉਦੋਂ ਤੱਕ ਅੰਡੇ ਲਾਣੇ ਸ਼ੁਰੂ ਕਰ ਦੇਣਗੇ। ਫਿਰ ਜਿਹੜਾ ਕਿ ਨਵੰਬਰ ਦਸੰਬਰ ਜਨਵਰੀ ਫਰਵਰੀ ਜੋ 4-5 ਮਹੀਨੇ ਉਹ 'ਚ ਬਹੁਤ ਵਧੀਆ ਅੰਡੇ ਵਿਕਦੇ ਆ। ਉਸੇ ਟਾਈਮ ਇਹਦੇ ਮਤਲਬ ਜਿਹੜਾ ਮੇਲ ਹੈਗਾ ਉਹ 1.5 ਤੋਂ ਪੌਣੇ 2 ਕਿਲੋ ਹੋ ਜਾਊਗਾ। ਤਾਂ ਨੋਰਮਲੀ ਆਪਾਂ ਕੀ ਕਰੇ ਯੂਜ਼ ਕਰਦੇ ਹਾਂ 1 ਕਿਲੋ ਮੀਟ ਸਫੀਸ਼ੀਐਂਟ ਹੁੰਦਾ ਆਪਾਂ ਨੂੰ। ਜੇ ਮੈਂ ਵੱਡੇ ਕਰ ਲਵਾਂ ਤਾਂ ਫਿਰ ਕੀ ਉਹਦੀ ਮਾਰਕੀਟ ਨਹੀਂ ਹੈਗੀ। 1.25 ਕਿਲੋ ਵਾਲਾ ਤਿਆਰ ਹੁੰਦਾ ਇਹਦੀ ਮਾਰਕੀਟ ਬਹੁਤ ਵਧੀਆ ਬਣ ਜਾਂਦੀ ਹੈ। ਤੇ ਫਿਰ ਕਿੰਨੇ ਟਾਈਮ 'ਚ ਤਿਆਰ ਹੋ ਜਾਂਦੇ ਜਿਵੇਂ ਮਤਲਬ 6 ਮਹੀਨੇ ਦਾ ਮੰਨ ਕੇ ਚਲੋ 6 ਮਹੀਨੇ ਬਾਅਦ ਕਦੋਂ ਵੀ ਸੇਲ ਕਰ ਸਕਦੇ ਹੋ। ਰਫਲੀ ਇਹਨਾਂ ਦੀ ਉਮਰ 2.5-3 ਸਾਲ ਆਪਾਂ ਮੰਨ ਕੇ ਚੱਲਦੇ ਹਾਂ ਜਦੋਂ ਕਿ ਇਹਦੀ ਪ੍ਰੋਡਕਸ਼ਨ ਹਾਈ ਹੈਗੀ ਹੈ। ਉਹਦੇ ਬਾਅਦ ਉਮਰ ਤਾਂ ਹੋਰ ਵੀ ਹੈ ਪਰ ਜਦੋਂ ਪ੍ਰੋਡਕਸ਼ਨ ਹਾਈ ਨਹੀਂ ਹੈਗੀ ਫਿਰ ਉਹ ਆਪਾਂ ਨੂੰ ਲਾਸ ਦੇਣਾ ਸਟਾਰਟ ਕਰ ਦਿੰਦੇ ਉਦੋਂ ਪਹਿਲਾਂ ਇਹਨਾਂ ਨੂੰ ਡਿਸਕਾਰਡ ਕਰ ਦਿੰਦਾ। ਕੋਸ਼ਿਸ਼ ਇਹ ਹੁੰਦੀ ਕਿ ਸਰਦੀਆਂ 'ਚ ਹੀ ਸਾਰੇ ਖਤਮ ਹੋ ਜਾਣ ਤਾਂ ਕਿ ਨੈਕਸਟ ਈਅਰ ਨਵਾਂ ਲੋਡ ਪਾ ਲਈਏ ਆਪਾਂ ਸਟਾਰਟ ਕਰ ਲਈਏ। ਗਰਮੀਆਂ 'ਚ ਅੰਡਿਆਂ ਦੀ ਡਿਮਾਂਡ ਨਹੀਂ ਉਹਨੂੰ ਸੇਲ ਕਰਨਾ ਵੀ ਔਖਾ ਹੈ। ਤਾਂ ਇਸੇ ਤਰ੍ਹਾਂ ਬਿਜ਼ਨਸ ਮਾਡਲ ਚੱਲਦਾ ਕਿ ਸਰਦੀਆਂ 'ਚ ਸਾਰਾ ਹੀ ਖਤਮ ਹੋ ਜਾਵੇ ਫਿਰ ਅਗਲੇ ਸਾਲ ਨਵਾਂ ਮਾਡਲ ਪਾ ਲਈਏ ਆਪਾਂ। ਇਹ ਵੀ ਪਤਾ ਲੱਗਿਆ ਸੀ ਰਾਮਸਰਾ ਦੇ ਵਿੱਚ ਜਿਹੜੇ ਕਾਸਨੀਆ ਪਰਿਵਾਰ ਹੈ ਨਿਓਲ ਪਰਿਵਾਰ ਉਹਨਾਂ ਕੋਲੇ ਜ਼ਮੀਨਾਂ ਬਹੁਤ ਹੈ ਜਿਹੜੀਆਂ ਹਨਾ ਮਤਲਬ ਵੱਡੇ ਜ਼ਿਮੀਂਦਾਰ ਆਪਾਂ ਕਹਿ ਸਕਦੇ ਹਾਂ। ਲੇਕਿਨ ਤੁਸੀਂ ਵੀ ਕਾਸਨੀਆ ਪਰਿਵਾਰ ਤੋਂ ਜਿਹੜਾ ਬਿਲੋਂਗ ਕਰਦੇ ਹੋ ਖੇਤੀ ਵੀ ਕਰ ਸਕਦੇ ਸੀਗੇ ਜਿਸ ਤਰ੍ਹਾਂ ਦੇ ਨਾਲ ਜਿਹੜੇ ਬਾਗ ਜਿਹੜੇ ਇੱਥੇ ਜ਼ਿਆਦਾ ਹੈ ਜਾਂ ਜਿਹੜੀ ਰਿਵਾਇਤੀ ਜਿਹੜੀ ਖੇਤੀ ਹੈ ਲੇਕਿਨ ਇਹ ਪਰਿਵਾਰ ਨੇ ਇਤਰਾਜ਼ ਨਹੀਂ ਕੀਤਾ ਜਦੋਂ ਨਹੀਂ ਦੇਖੋ ਜਿਵੇਂ ਕਿ ਝੋਨਾ ਨਰਮਾ ਬਾਗ ਸਭ ਕੁਝ ਹੈਗਾ ਠੀਕ ਹੈ ਪਰ ਉਹੀ ਸੀ ਨਾ ਕਿ ਮੈਂ ਕੀ ਕਰ ਸਕਦਾ ਸੀ ਐਡੀਸ਼ਨਲ। ਇਤਰਾਜ਼ ਤਾਂ ਹਰ ਕੋਈ ਕਰਦਾ ਹੈ ਮਤਲਬ ਕੁਝ ਲੋਕ ਕਹਿੰਦੇ ਸੀ ਹੁਣ ਬੱਕਰੀਆਂ ਮਾਰਨੇ ਸ਼ੁਰੂ ਕਰ ਦਿਓਗੇ ਬੱਕਰੀਆਂ ਵੇਚਣੇ ਸ਼ੁਰੂ ਕਰ ਦਿਓ ਕਸਾਈਆਂ ਵਾਲਾ ਕੰਮ ਕਰ ਦੋਗੇ। ਨਾ ਤਾਂ ਮੈਂ ਅੱਜ ਕੋਈ ਬੱਕਰੀ ਮਾਰੀ ਨਾ ਮੈਂ ਕਸਾਈ ਵਾਲ ਤਰ੍ਹਾਂ ਵੇਚੀ ਸਾਰਾ ਬਰੀਡਿੰਗ ਵਾਸਤੇ ਜਾ ਰਿਹਾ ਤਾਂ ਕੋਈ ਉਹ ਜਿਹੜਾ ਮਨ 'ਚ ਇੱਕ ਸੀ ਨਾ ਕਿ ਪਾਪ ਕਰ ਰਹੇ ਆ ਪਾਪ ਵਾਲਾ ਕੰਮ ਤਾਂ ਹੈ ਨਹੀਂ ਠੀਕ ਹੈ। ਫਿਰ ਇੱਕ ਆਪਣੇ ਹੈ ਕਿ ਥੋੜਾ ਮੈਂਟਲ ਬੈਰੀਅਰ ਹੈ ਕਿ ਆਪਾਂ ਨਹੀਂ ਕਰ ਸਕਦੇ ਕੰਮ ਪਰ ਠੀਕ ਹੈ ਸਟਾਰਟ ਕਰਨ ਤੋਂ ਬਾਅਦ ਹੁਣ ਲੋਕ ਕਹਿੰਦੇ ਵੀ ਚਲੋ ਠੀਕ ਹੈ ਵਧੀਆ ਕੰਮ ਹੋ ਗਿਆ ਤੁਸੀਂ ਵੀ ਇੰਟਰਵਿਊ ਲੈਣ ਆ ਗਏ। ਨਹੀਂ ਬਿਲਕੁਲ ਤਾਂ ਕੋਈ ਟੈਨਸ਼ਨ ਨਹੀਂ ਬੜਾ ਵਧੀਆ ਲੱਗਦਾ ਜਦੋਂ ਤੁਹਾਡੇ ਵਰਗੇ ਨੌਜਵਾਨਾਂ ਨਾਲ ਮਿਲਦੇ ਆ ਹਨਾ ਜਿਹੜੇ ਬੜੇ ਅਗਾਂਹ ਵਧੂ ਹੁੰਦੇ ਜਿਨ੍ਹਾਂ ਨੂੰ ਵੇਖ ਕੇ ਲੋਕ ਜਿਹੜੇ ਹੈ ਹੋਰ ਵੀ ਉਸੇ ਰਾਹ 'ਤੇ ਚੱਲਦੇ ਹੈ। ਕੁਛ ਨੌਜਵਾਨੀ ਜਿਹੜੀ ਹੈਗੀ ਆਪਣੀ ਨਸ਼ੇ ਵੱਲ ਜਾ ਰਹੀ ਹੈ ਉਸ 'ਤੇ ਵੀ ਜਿਹੜੀ ਰੋਕ ਲਾ ਸਕਦੇ ਆ ਤੁਹਾਡੇ ਵਰਗੇ ਜਿਹੜੇ ਨੌਜਵਾਨ। ਦੇਖੋ ਮੈਂ ਸਟਾਰਟਿੰਗ 'ਚ ਗੱਲ ਕਹੀ ਸੀ ਜਦੋਂ ਕਿ ਆਪਣਾ ਸ਼ਡਿਊਲ ਬਣ ਗਿਆ ਤੁਹਾਡੇ ਕੋਲ ਐਡੀਸ਼ਨਲ ਟਾਈਮ ਨਹੀਂ ਹੈਗਾ ਆਪਾਂ ਨਸ਼ਿਆਂ ਵੱਲ ਕਿਉਂ ਜਾਂਦੇ ਆ ਜਾਂ ਤਾਂ ਵਿਹਲੇ ਹੁੰਦੇ ਆ ਜਾਂ ਸੰਗਤੀ ਇਹੋ ਜਿਹੀ ਹੁੰਦੀ ਹੈ ਨਾ ਤੁਸੀਂ ਵਿਹਲੇ ਨਾ ਤੁਹਾਡੀ ਸੰਗਤੀ ਇਹੋ ਜਿਹੀ ਕਿਉਂਕਿ ਸਾਰਾ ਦਿਨ ਤੁਸੀਂ ਇੱਥੇ ਸਪੈਂਡ ਕਰਿਓ ਫਿਰ ਉਹਦੇ ਬਾਅਦ ਤੁਸੀਂ ਸੋਚਦੇ ਆਪਦੇ ਘਰੇ ਚਲੇ ਜਾਈਏ ਠੀਕ ਹੈ। ਇੰਨਾ ਟਾਈਮ ਹੀ ਨਹੀਂ ਤੁਹਾਡੇ ਕੋਲ ਕਿ ਉਸ ਬਾਰੇ ਤੁਸੀਂ ਸੋਚੋ। ਆਪਣਾ ਜੇ ਵਧੀਆ ਚੱਲ ਰਿਹਾ ਤਾਂ ਫਿਰ ਆਪਣਾ ਚੱਲਦਾ ਰਹੂਗਾ ਤਾਂ ਨਸ਼ਿਆਂ ਤੋਂ ਕਾਫੀ ਬਚ ਜਾਵਾਂਗੇ ਆਪਾਂ। ਜੇ ਆਪਾਂ ਫ੍ਰੀ ਆ ਜ਼ਮੀਨ ਠੇਕੇ ਦੇਤੀ ਫਿਰ ਤਾਂ ਨਸ਼ੇ ਹੀ ਕਰਾਂਗੇ ਫਿਰ ਹੋਰ ਕੀ ਕਰਾਂਗੇ ਜੀ। ਬਿਲਕੁਲ ਦਰਸ਼ਕ ਜ਼ਰੂਰ ਸੁਣਨਾ ਚਾਹਣਗੇ ਕਿ ਤੁਸੀਂ MBA ਕੀਤੀ ਉਸ ਦੌਰਾਨ ਬੜਾ ਜਿਹੜਾ ਤੁਹਾਡਾ ਸਰਕਲ ਜਿਹੜਾ ਹੈਗਾ ਇਸ ਤਰ੍ਹਾਂ ਦਾ ਹੁੰਦਾ ਕਿ ਅੱਜ ਕੋਈ ਬਿਜ਼ਨਸਮੈਨ ਹੋਊਗਾ ਕੋਈ ਗਵਰਨਮੈਂਟ ਜੌਬ ਦੇ ਵਿੱਚ ਹੋ ਸਕਦਾ ਹੈ ਨਾ ਲੇਕਿਨ ਤੁਹਾਡੇ ਨਾਲ ਉਹਨਾਂ ਦੀ ਗੱਲਬਾਤ ਹੁੰਦੀ ਹੈ ਆਖਿਰ ਫਿਰ ਇੱਥੇ ਹੀ ਆ ਚੀਜ਼ ਜਦੋਂ ਆਪਾਂ ਚੁਣੀ ਹੈ ਤੇ ਉਹਦਾ ਮਨ ਦੇ ਵਿੱਚ ਕੀ ਆਇਆ ਸੀ ਕੁਝ ਸੀਗੇ ਸ਼ੰਕੇ ਇਸ ਚੀਜ਼ ਨੂੰ ਲੈ ਕੇ। ਨਹੀਂ ਕੋਈ ਸ਼ੰਕਾ ਨਹੀਂ ਸੀਗੀ ਹਾਲਾਂਕਿ ਜਿਹਨੇ ਮੇਰੇ ਨਾਲ ਵਾਲੇ ਹੈ ਪ੍ਰਾਈਵੇਟ ਸੈਕਟਰ 'ਚ ਬਹੁਤ ਵਧੀਆ ਜੌਬ ਕਰ ਰਿਹਾ ਕੁਝ ਬਾਹਰ ਵੀ ਹੈਗੇ ਐਪਰੀਸ਼ੀਏਟ ਕਰਦੇ ਆ ਠੀਕ ਹੈ। ਉਹ ਕਹਿੰਦੇ ਕਿ ਤੁਸੀਂ ਆਪਦਾ ਬਿਜ਼ਨਸ ਕਰ ਰਹੇ ਹੋ ਤੁਹਾਡੇ ਕੋਲ ਆਪਦਾ ਟਾਈਮ ਆਪਦੇ ਪਰਿਵਾਰ ਦਾ ਟਾਈਮ ਹੈ ਠੀਕ ਹੈ। ਹਰ ਥਾਂ 'ਤੇ ਤੁਸੀਂ ਪੈਸੇ ਨਾਲ ਉਸ ਚੀਜ਼ ਨੂੰ ਕੰਪੇਅਰ ਨਹੀਂ ਕਰ ਸਕਦੇ ਠੀਕ ਹੈ। ਇੱਕ ਲਾਈਫ ਸਟਾਈਲ ਬੈਟਰ ਹੋ ਗਿਆ ਪੋਲਿਊਸ਼ਨ ਫ੍ਰੀ ਲਾਈਫ ਹੈਗੀ ਹੈ ਕੋਈ ਸਟ੍ਰੈਸ ਨਹੀਂ ਹੈਗਾ ਠੀਕ ਹੈ। ਇਨਕਮ ਤਾਂ ਆ ਹੀ ਰਹੀ ਹੈ ਪਰ ਉਹ ਸਾਰਿਆਂ ਨੂੰ ਲੱਗਦਾ ਹੈ ਨਾ ਕਿ ਇੱਕ ਪਿੰਡ 'ਚ ਜਾਈਏ ਇੱਕ ਫਾਰਮ ਹਾਊਸ ਹੋ ਗਿਆ ਖੁੱਲੀ ਏਰੀਆ ਹੋ ਗਿਆ ਆਪਾਂ ਗੋਲਡ ਬਲੈਸਡ ਰਹਿ ਗਏ ਸਭ ਕੁਝ ਆਪਣੇ ਕੋਲ ਪਹਿਲੇ ਹੀ ਸੀਗਾ ਤਾਂ ਠੀਕ ਹੈ। ਇੱਥੇ ਆ ਕੇ ਇੱਕ ਲਾਈਫ ਵਧੀਆ ਜੀ ਰਿਹਾ ਹੈਲਦੀ ਲਾਈਫ ਹੈ ਕੋਈ ਸਟ੍ਰੈਸ ਨਹੀਂ ਹੈਗਾ ਵਰਨਾ ਹੋ ਸਕਦਾ ਹੁਣ ਤੱਕ ਬਾਲ ਵੀ ਚਲੇ ਜਾਂਦੇ ਪ੍ਰਾਈਵੇਟ ਸੈਕਟਰ 'ਚ ਜੌਬ ਕਰਦੇ ਤਾਂ ਬਾਹਰ ਜਾਣ ਦਾ ਨਹੀਂ ਕਦੇ ਸੋਚਿਆ ਸੀਗਾ ਨੌਜਵਾਨ ਜਿਹੜੇ ਬਾਹਰ ਬਹੁਤ ਫਸਦੇ ਆ। ਸਰ ਮੇਰੀ ਪਹਿਲੀ ਨੌਕਰੀ ਸਾਊਦੀ 'ਚ ਲੱਗੀ ਸੀ 2008 'ਚ ਜਦੋਂ ਮੈਂ ਜੌਬ ਕਰਦਾ ਸੀਗਾ। ਜੌਬ ਦੇ ਦੌਰਾਨ ਮੇਰੇ ਘੱਟੋ ਘੱਟ ਮੈਨੂੰ 5 ਵਾਰ ਮੇਰੀ ਬਾਹਰ ਜੌਬ ਲੱਗੀ ਪਰ ਕਦੇ ਜੀ ਨਹੀਂ ਕੀਤਾ ਬਸ ਉਹ ਇੰਟਰਵਿਊ ਸਾਰੇ ਜਾ ਰਹੇ ਸੀ ਚਲੋ ਆਪਾਂ ਵੀ ਦੇਈਏ ਤਾਂ ਮੈਂ ਵੀ ਦੇ ਜਾਂਦਾ ਸੀਗਾ। ਅਤੇ ਮੈਂ ਰਿਟੇਲ ਸੈਕਟਰ 'ਚ ਜੌਬ ਕਰਦਾ ਸੀ ਰਿਟੇਲ 'ਚ ਮਿਡਲ ਈਸਟ ਅਤੇ ਸਿੰਗਾਪੁਰ ਬਹੁਤ ਜ਼ਿਆਦਾ ਡਿਮਾਂਡ ਹੈਗੀ ਹੈ ਉੱਥੇ ਬੜੇ ਆਰਾਮ ਨਾਲ ਜੌਬ ਲੱਗ ਜਾਂਦੀ ਹੈ ਪਰ ਨਹੀਂ ਸੀ ਚਲੋ ਠੀਕ ਹੈ। ਮੈਨੂੰ ਲੱਗਦਾ ਸੀ ਕਦੇ ਆਈਏ ਇੱਥੇ ਆਪਦਾ ਕੰਮ ਕਰੀਏ। ਹਾਂ ਜਦੋਂ ਮੈਂ ਜੌਬ ਛੱਡ ਗਿਆ ਸੀ ਉਦੋਂ ਮੇਰੇ ਦਿਮਾਗ 'ਚ ਨਹੀਂ ਸੀ ਕਿ ਮੈਂ ਬੱਕਰੀ ਪਾਲੂੰਗਾ ਠੀਕ ਹੈ। ਉਦੋਂ ਸੀਗਾ ਕਿ ਕੁਝ ਐਗਰੀਕਲਚਰ ਰਿਲੇਟਡ ਜਾਂ ਕੁਝ ਇਹੋ ਜਿਹਾ ਕੰਮ ਸਟਾਰਟ ਕਰੀਏ ਜੋ ਕਿ ਇੱਕ ਲੋਕਾਂ ਨੂੰ ਮੋਟੀਵੇਟ ਕਰ ਸਕੀਏ ਕਿ ਤੁਸੀਂ ਕਿਵੇਂ ਇੱਕ ਐਡੀਸ਼ਨਲ ਇਨਕਮ ਜਨਰੇਟ ਕਰ ਸਕਦੇ ਹੋ। ਫਿਰ ਸੋਚਦੇ ਜਿਵੇਂ ਤੁਹਾਨੂੰ ਦੱਸਿਆ ਬਹੁਤ ਸਾਰੇ ਆਪਸ਼ਨ ਐਕਸਪਲੋਰ ਕੀਤੇ ਠੀਕ ਹੈ। ਮੈਂ ਕਿਸੇ ਨੂੰ ਨਹੀਂ ਕਹਾਂਗਾ ਬਾਕੀ ਆਪਸ਼ਨ ਮੈਂ ਕਿਉਂ ਨਹੀਂ ਕੀਤੇ ਪਰ ਆਹ ਆਪਸ਼ਨ ਮੈਂ ਇਸ ਲਈ ਕੀਤਾ ਕਿ ਇੱਕ ਬਹੁਤ ਸਟਾਰਟਿੰਗ ਸਟੇਜ 'ਤੇ ਹੈਗਾ ਬਹੁਤ ਅਨਆਰਗਨਾਈਜ਼ ਸੈਕਟਰ ਹੈਗਾ ਜਿਵੇਂ ਜਿਵੇਂ ਆਰਗਨਾਈਜ਼ਡ ਹੋਦਾ ਰਹੂਗਾ ਜਿਵੇਂ ਜਿਵੇਂ ਇਹਦੀ ਡਿਮਾਂਡ ਵੱਧਦੀ ਰਹੂਗੀ ਇਹਦਾ ਫਿਊਚਰ ਬਹੁਤ ਬਰਾਈਟ ਹੈਗਾ ਠੀਕ ਹੈ। ਇਸ ਲਈ ਆ ਗਿਆ ਬਿਜ਼ਨਸ 'ਚ ਪਰ ਕਦੇ ਪਲਾਨ ਨਹੀਂ ਸੀ ਕਿ ਬੱਕਰੀ ਪਾਲੂੰਗਾ ਮੈਂ ਅੱਗੇ ਹਾਂਜੀ ਪਰ ਮੇਰਾ ਆਹੀ ਸੀਗਾ ਕਿ ਇਹ ਜਿਹਾ ਕੰਮ ਕਰੀਏ ਜਦੋਂ ਯੂਥ ਨੂੰ ਮੋਟੀਵੇਟ ਕਰ ਸਕੀਏ ਕਿ ਤੁਸੀਂ ਐਡੀਸ਼ਨਲ ਕੰਮ ਕਰੋ ਇੱਕ ਅੱਛਾ ਇੱਥੇ ਆਪਦਾ ਕਰੀਅਰ ਸੈਟਅਪ ਕਰ ਸਕਦੇ ਹੋ। ਇਤਫਾਕ ਕਹਿ ਸਕਦੇ ਇਹਨੂੰ ਇਤਫਾਕ ਕਹਿ ਸਕਦੇ ਹੋ ਜਿਵੇਂ ਨਾ ਤੁਸੀਂ ਸੁਣਿਆ ਹੋਊਗਾ ਬਹੁਤ ਸਾਰੇ ਲੋਕ ਕਹਿੰਦੇ ਜ਼ਮੀਂਦਾਰਾ ਜਾਂ ਖੇਤੀ ਘਾਟੇ 'ਚ ਸੋਚਦਾ ਹੈ ਪਰ ਤੁਸੀਂ ਉਹਦੇ ਅਦਰ ਸਾਈਡ ਦੇਖੋਗੇ ਅੱਜ ਕੱਲ੍ਹ ਕਿੰਨੀ ਐਗਰੀਟੈਕ ਕੰਪਨੀਆਂ ਸਟਾਰਟ ਹੋ ਰਹੀਆਂ ਕਿੰਨੀ ਗਰੋਥ ਹੈਗੀ ਉਹਨਾਂ 'ਚ ਕਿੰਨੇ ਬਿਜ਼ਨਸਮੈਨ ਪੈਸਾ ਇਨਵੈਸਟ ਕਰ ਰਹੇ ਹੈ ਐਗਰੀਕਲਚਰ 'ਚ ਖਾਸ ਕਰਕੇ ਕੋਵਿਡ ਤੋਂ ਬਾਅਦ ਸਾਰਿਆਂ ਨੂੰ ਲੱਗਿਆ ਸੀ ਕਿ ਐਗਰੀਕਲਚਰ ਇਹੋ ਜਿਹਾ ਸੈਕਟਰ ਹੈ ਕਿ ਜੋ ਕਿ ਕਿੰਨੀ ਵੀ ਵਰਸ ਸਿਚੁਏਸ਼ਨ ਚਲੀ ਜਾਵੇ ਹਮੇਸ਼ਾ ਫਲੋਰਿਸ਼ ਕਰੂਗਾ ਠੀਕ ਹੈ।
ਆਪਣੇ ਇੱਥੇ ਇੱਕ ਗਲਤਫਹਿਮੀ ਬਣੀ ਹੋਈ ਹੈ ਕਿ ਖੇਤੀ 'ਚ ਆਪਾਂ ਨੂੰ ਕੋਈ ਫਾਇਦਾ ਨਹੀਂ। ਖੇਤੀ 'ਚ ਫਾਇਦਾ ਹੈ, ਪ੍ਰੋਵਾਈਡਡ ਕਿ ਤੁਸੀਂ ਪੁਰਾਣੇ ਸਰਕਲ ਨੂੰ ਛੱਡ ਕੇ ਨਵੇਂ ਤਰੀਕੇ ਨਾਲ ਚੀਜ਼ਾਂ ਚੇਂਜ ਕਰਨੀ ਸ਼ੁਰੂ ਕਰੋ। ਇੰਟੀਗ੍ਰੇਸ਼ਨ ਹੈ ਕਰੋ ਤੁਸੀਂ ਖੇਤੀ ਦਾ, ਜਾਂ ਕੁਝ ਵੀ ਇਹ ਜਾਓ ਕਰੋ ਕਿ ਜਿਹਦੇ ਨਾਲ ਤੁਹਾਨੂੰ ਐਡੀਸ਼ਨਲ ਇਨਕਮ ਜਨਰੇਟ ਹੁੰਦੀ ਰਹੇ। ਇੱਥੇ ਹੀ ਉਸੇ ਟਾਈਮ 'ਚ ਘੱਟ ਇਨਵੈਸਟਮੈਂਟ ਨਾਲ ਉਸੇ ਸਪੇਸ 'ਚ ਜੇ ਸਭ ਕੁਝ ਆ ਤੁਹਾਨੂੰ ਐਡੀਸ਼ਨਲ ਇਨਕਮ ਆਉਣੀ ਸਟਾਰਟ ਹੋ ਜਾਊਗੀ ਤਾਂ ਤੁਹਾਨੂੰ ਆਪਣੇ ਆਪ ਹੀ ਪ੍ਰੋਫਿਟੇਬਲ ਬਿਜ਼ਨਸ ਲੱਗਣਾ ਸ਼ੁਰੂ ਹੋ ਜਾਊਗਾ। ਜਿਵੇਂ ਕਿ ਇੱਕ ਛੋਟੀ ਐਗਜ਼ਾਮਪਲ, ਮੈਂ ਇੱਥੇ ਜਿਵੇਂ ਕਿ ਮੇਰੇ ਕੋਲ ਖਾਦ ਹੋ ਜਾਂਦੀ ਹੈ 35 ਤੋਂ 40 ਟਰਾਲੀ ਸਾਲ ਦੀ। ਇੱਕ ਟਰਾਲੀ ਦੀ ਕੀਮਤ ਨਾਰਮਲੀ 2500 ਰੁਪਏ ਬੱਕਰੀ ਦੀ ਖਾਦ ਦੀ। ਲੱਖ ਰੁਪਏ ਦੀ ਮੇਰੀ ਖਾਦ ਦੀ ਹੈਗੀ, ਜਿਹੜੀ ਮੈਂ ਬਾਹਰੋਂ ਪਰਚੇਜ਼ ਕਰ ਰਿਹਾ ਸੀਗਾ ਉਹ ਮੇਰੀ ਬਚ ਗਈ। ਠੀਕ ਹੈ, ਜਿਹੜਾ ਇੱਥੇ ਮੈਂ ਵੇਸਟ ਹੈ, ਜਿਵੇਂ ਤੁਸੀਂ ਦੇਖੋ ਚਾਰ ਪਾਸੇ ਪਲਾਂਟਸ ਲਾਏ ਹੋਏ ਮੈਂ, ਠੀਕ ਹੈ, ਉਹ ਮੇਰਾ ਗ੍ਰੀਨ ਫੋਡਰ ਵੀ ਹੈ। ਪਰ ਜਦੋਂ ਕਿ ਹੁਣ ਜਾਮੁਨ ਦੇ ਪੇੜ ਹੈ ਮੇਰੇ ਕੋਲ ਵੀ, ਜਦੋਂ ਸੀਜ਼ਨ ਆ ਗਿਆ ਉਸ ਜਾਮੁਨ ਤੋਂ ਮੈਨੂੰ ਫਰੂਟ ਆ ਗਿਆ, ਫਰੂਟ ਮੈਂ ਵੇਚ ਲਏ। ਠੀਕ ਹੈ, ਬਾਕੀ 11 ਮਹੀਨੇ ਕੀ ਕੀਤਾ ਉਹਨੇ ਮੈਨੂੰ ਫੋਡਰ ਪ੍ਰੋਵਾਈਡ ਕਰਤਾ, ਫੋਡਰ ਦਾ ਪੈਸਾ ਬਚ ਗਿਆ, ਪਲੱਸ ਉਹ ਤੋਂ ਇਨਕਮ ਜਨਰੇਟ ਹੋ ਰਹੀ ਹੈ। ਤੂੜੀ ਸੀ, ਚਲੋ ਇਸ ਸਾਲ ਰੇਟ ਬਹੁਤ ਹਾਈ ਹੈ, ਅਦਰਵਾਈਜ਼ ਤੂੜੀ ਆਪਣੀ ਬਹੁਤ ਸਸਤੀ ਹੁੰਦੀ ਹੈ, ਬਹੁਤ ਸਾਰੀ ਵਾਰੀ ਵਿਕਦੀ ਵੀ ਨਹੀਂ। ਉਸੇ ਨੂੰ ਮੈਂ ਯੂਜ਼ ਕਰ ਰਿਹਾ, ਤੇ ਮੈਂ ਜੇ ਬਾਹਰੋਂ ਤੂੜੀ ਪਰਚੇਜ਼ ਕਰਦਾ, ਜੋ ਵੀ ਡਰਾਈ ਫੋਡਰ ਪਰਚੇਜ਼ ਕਰਦਾ ਉਹ ਪੈਸੇ ਲੱਗਦੇ, ਉਹਨੂੰ ਮੈਂ ਇੱਥੋਂ ਯੂਜ਼ ਕਰ ਰਿਹਾ ਤਾਂ ਮੇਰੇ ਪੈਸੇ ਬਚ ਰਹੇ ਆ। ਠੀਕ ਹੈ, ਇਸੇ ਤਰ੍ਹਾਂ ਜੇ ਤੁਸੀਂ ਛੋਟੇ ਛੋਟੇ ਪੈਸੇ ਬਚਾਉਂਦੇ ਰਹੋਗੇ, ਤੁਹਾਨੂੰ ਜਿਹੜੇ ਕਿ ਤੁਹਾਡਾ ਵੇਸਟ ਵੀ ਬਹੁਤ ਵਧੀਆ ਮੈਨੇਜ ਹੋ ਜਾਊਗਾ। ਇਹਦੇ ਵੇਸਟ ਨਾਲ ਤੁਸੀਂ ਇੱਕ ਆਪਦੀ ਵਧੀਆ ਖਾਦ ਵੀ ਤਿਆਰ ਕਰ ਸਕਦੇ ਹੋ, ਜੋ ਕਿ ਤੁਹਾਨੂੰ ਨਾਰਮਲੀ ਆਪਾਂ ਨੂੰ ਬਾਜ਼ਾਰੋਂ ਪਰਚੇਜ਼ ਕਰਨੀ, ਬਾਜ਼ਾਰੋਂ ਕਹਿਣ ਦਾ ਮਤਲਬ ਕਿ ਪਿੰਡਾਂ 'ਚੋਂ ਪਰਚੇਜ਼ ਕਰਨੀ ਪੈਂਦੀ। ਤਾਂ ਇੰਟੀਗ੍ਰੇਸ਼ਨ ਦੇ ਨਾਲ ਤੁਹਾਨੂੰ ਬਹੁਤ ਸਾਰੇ ਫਾਇਦੇ ਹੋ ਜਾਂਦੇ ਆ ਤੇ ਉਹਦੇ ਇਨਕਮ ਵੀ ਬਹੁਤ ਵਧੀਆ ਬਣਦੀ ਰਹਿੰਦੀ ਹੈ। ਘੱਟੋ ਘੱਟ ਕਿੰਨੇ ਜੇ ਲਾਗਤ ਕਿੰਨੀ ਕੁ ਲੱਗਦੀ ਹੈ ਜੇ ਸਟਾਰਟਿੰਗ ਕੋਈ ਕਰਨਾ ਚਾਹਵੇ ਤਾਂ? ਦੇਖੋ ਸਰ, ਮੈਕਸਿਮਮ ਜੇ ਫਾਰਮ ਸਟਾਰਟ ਕਰਨਾ ਹੈ ਤਾਂ 20+2 ਕਰ ਸਕਦੇ ਹੋ, 20 ਫੀਮੇਲ 2 ਮੇਲ। ਠੀਕ ਹੈ, ਉਹ 'ਚ ਜੇ ਤੁਹਾਨੂੰ ਲੱਗਦਾ ਕਿ ਕਿੰਨੀ ਕੁ ਇਨਵੈਸਟਮੈਂਟ ਕਰ ਸਕਦੇ ਹੋ, ਤਕਰੀਬਨ 2 ਲੱਖ ਰੁਪਏ ਮੈਕਸਿਮਮ ਹੈਗੇ ਜੇ ਤੁਹਾਨੂੰ ਐਨੀਮਲ ਪਰਚੇਜ਼ ਕਰਨ 'ਤੇ ਲੱਗੂਗੀ। ਗ੍ਰੀਨ ਫੋਡਰ ਆਪ ਦਾ ਪ੍ਰੋਡਿਊਸ ਕਰ ਸਕਦੇ ਹਾਂ, ਡਰਾਈ ਫੋਡਰ ਆਪ ਦਾ ਪ੍ਰੋਡਿਊਸ ਕਰ ਸਕਦੇ ਹਾਂ। ਆਪਾਂ ਫੀਡ ਦਿੰਦੇ ਹਾਂ, ਕੰਸਨਟ੍ਰੇਟਡ ਫੀਡ, ਉਹ ਆਪਾਂ ਸਸਤੇ ਰੇਟ 'ਚੋਂ ਬਾਜ਼ਾਰ 'ਚੋਂ ਲੈ ਸਕਦੇ ਹਾਂ। ਉਹਦਾ ਆਪਸ਼ਨ ਕੀ ਹੈਗਾ, ਜਦੋਂ ਟੁੱਟੇ ਹੋਏ ਅਨਾਜ ਮਾਰਕੀਟ 'ਚ ਆਉਂਦਾ ਉਹ 1 ਨੰਬਰ 'ਚ ਨਹੀਂ ਵਿਕਦਾ, 2 ਨੰਬਰ 'ਚ ਵਿਕਦਾ। ਇਸ ਤਰ੍ਹਾਂ ਕਰਕੇ ਛੋਟਾ ਜਿਹਾ ਕਰਕੇ ਤੁਸੀਂ 3-3.5 ਲੱਖ ਰੁਪਏ 'ਚ 1 ਸਾਲ ਦਾ ਪੂਰਾ ਰਨਿੰਗ ਕਾਸਟ ਇਨਕਲੂਡਿੰਗ ਐਨੀਮਲ ਤੁਸੀਂ ਸਟਾਰਟ ਕਰ ਸਕਦੇ ਹੋ। ਮਤਲਬ ਮੈਕਸਿਮਮ ਮੈਂ ਲੈ ਕੇ ਚੱਲ ਰਿਹਾ, ਇਹ ਤੋਂ ਛੋਟਾ ਤੁਸੀਂ ਲੈ ਕੇ ਚੱਲ ਸਕਦੇ ਹੋ ਕਿ 5, 10, 15 ਤੋਂ ਸਟਾਰਟ ਕਰ ਲਓ। ਮਲਟੀਪਲੀਕੇਸ਼ਨ ਬਹੁਤ ਹਾਈ ਹੈਗਾ ਗੋਟ ਸੇ, ਤਾਂ ਉਦੋਂ ਕਰ ਸਕਦੇ ਹੋ। ਫਿਰ ਇੱਕ ਬੇਸਿਕ ਜੀ ਹੈ ਕਿ ਆਪਾਂ ਇੱਥੇ ਟ੍ਰੇਨਿੰਗ ਪ੍ਰੋਵਾਈਡ ਕਰਨੇ ਆ। ਠੀਕ ਹੈ, 3 ਦਿਨਾਂ 'ਚ ਆ ਕੇ ਤੁਸੀਂ ਸਿੱਖ ਸਕਦੇ ਹੋ ਬੱਕਰੀ ਕਿਵੇਂ ਪਾਲਣੀ ਹੈ, ਮੁਰਗੀ ਕਿਵੇਂ ਪਾਲਣੀ ਹੈ, ਉਹਦਾ ਇੰਟੀਗ੍ਰੇਸ਼ਨ ਖੇਤੀ ਨਾਲ ਤੁਸੀਂ ਕੀ ਕਰ ਸਕਦੇ ਹੋ। ਜੇ ਕੋਈ ਜਾਣਨਾ ਵੀ ਚਾਹਵੇ ਤਾਂ ਆਪਣੇ ਕੋਲ ਇੱਥੇ ਆ ਕੇ ਕਦੇ ਵੀ ਸਿੱਖ ਸਕਦੇ ਹੋ ਉਹਦੇ ਬਾਰੇ 'ਚ। ਇੱਕ ਆਪਣਾ ਨੰਬਰ ਸ਼ੇਅਰ ਕਰ ਦਿਓ ਦਰਸ਼ਕਾਂ ਦੇ ਨਾਲ, ਕੋਈ ਵੀ ਤੁਹਾਡੇ ਨਾਲ ਕੋਈ ਕਿਸੇ ਤਰ੍ਹਾਂ ਦੀ ਕੋਈ ਗੱਲ ਸਾਂਝੀ ਕਰਨਾ ਚਾਹੁੰਦਾ ਹੋਵੇ ਤਾਂ। ਮੇਰਾ ਨੰਬਰ ਹੈ ਸਰ 9855 66510, 98550 66510। ਸੋ ਇਹ ਸੀ ਰਾਹੁਲ ਕਾਸਨੀਆ, ਜਿਨ੍ਹਾਂ ਨੇ MBA ਕੀਤੀ। ਬੜੀਆਂ ਨੌਕਰੀ ਦੇ ਜਿਹੜੇ ਚਾਂਸਿਸ ਮਿਲੇ ਇਹਨਾਂ ਨੂੰ ਫੋਰਨ ਜਾਣ ਦੇ ਵੀ, ਲੇਕਿਨ ਇਹਨਾਂ ਨੇ ਆਪਣੇ ਜਿਹੜਾ ਪੁਰਖਾਂ ਦਾ ਜਿਹੜਾ ਕੀਤਾ ਸੀਗਾ ਖੇਤੀ ਧੰਦਾ, ਉਹਦੇ ਨਾਲ ਹੀ ਸਹਾਇਕ ਧੰਦੇ ਵਜੋਂ ਜਿਹੜਾ ਹੈਗਾ ਬੱਕਰੀ ਪਾਲਣ ਸ਼ੁਰੂ ਕੀਤਾ, ਨਾਲ ਹੀ ਜਿਹੜਾ ਮੁਰਗਿਆਂ ਦਾ ਜਿਹੜਾ ਫਾਰਮ ਹਾਊਸ ਜਿਹੜਾ ਸ਼ੁਰੂ ਕੀਤਾ ਹੈਗਾ। ਤੇ ਇਹ ਵੀਡੀਓ ਤੁਹਾਨੂੰ ਕਿਵੇਂ ਲੱਗੀ ਹੈ ਤੁਸੀਂ ਕਮੈਂਟਸ ਕਰਕੇ ਜ਼ਰੂਰ ਦੱਸਿਆ ਜੇ। ਅਜਿਹੀਆਂ ਹੋਰ ਵੀਡੀਓਜ਼ ਦੇ ਨਾਲ ਤੁਹਾਡੇ ਸਾਹਮਣੇ ਪੇਸ਼ ਹੋਵਾਂਗੇ, ਉਦੋਂ ਤੱਕ ਮੈਨੂੰ ਦਿਓ ਇਜਾਜ਼ਤ। ਧੰਨਵਾਦ।